ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਇਗਨਾਈਟ ਪੰਜਾਬ ਚੈਨਲ ਦੇ ਉੱਤੇ ਬੱਚੋ ਪਾਰਟ 2 ਜਿਹੜਾ 2018 ਦਾ ਪੀਪੀਐਸਸੀ ਨੇ ਪੇਪਰ ਕੰਡਕਟ ਕਰਾਇਆ ਸੀ, ਜਿਹਨੂੰ ਆਪਾਂ ਐਗਜ਼ੀਕਿਊਟਿਵ ਬ੍ਰਾਂਚ ਦਾ ਪੀਸੀਐਸ ਪੇਪਰ ਕਹਿੰਦੇ ਆ, ਉਹਦਾ ਪਾਰਟ 2 ਲੈ ਕੇ ਆ ਗਿਆ ਹੈ। 50 ਤੱਕ ਕੁਐਸਚਨਸ ਬੱਚੋ ਆਪਾਂ ਕੱਲ ਤੱਕ ਡਿਸਕਸ ਕਰ ਲਏ ਸੀਗੇ। ਮੈਂ ਜਿਹੜੇ ਬੱਚੇ ਡਾਇਰੈਕਟਲੀ ਪਾਰਟ 2 ਦੇਖ ਰਹੇ ਹਾਂ, ਉਹਨਾਂ ਵਾਸਤੇ ਦੱਸਣਾ ਚਾਹੁੰਦਾ ਕਿ ਬੱਚੋ ਇਸ ਚੈਨਲ ਦੇ ਉੱਤੇ ਮੈਂ ਯੂਨੀਕ ਕਨਸੈਪਟ ਲਾ ਕੇ ਤੁਹਾਡੇ ਵਾਸਤੇ ਵੀਡੀਓਜ਼ ਲੈ ਕੇ ਆਉਣਾ ਹੈ ਤਾਂ ਕਿ ਤੁਹਾਨੂੰ ਰਿਟੈਂਸ਼ਨ ਜ਼ਿਆਦਾ ਰਹਿ ਸਕੇ, ਕਿਉਂਕਿ ਪੁਰਾਣੇ ਕੁਐਸਚਨ ਬਾਰ-ਬਾਰ ਰਿਪੀਟ ਹੁੰਦੇ ਆ ਡਿਫਰੈਂਟ ਪੇਪਰਾਂ 'ਚ। ਪੀਪੀਐਸਸੀ ਦੇ ਜਿੰਨੇ ਤੁਸੀਂ ਪੁਰਾਣੇ ਕੁਐਸਚਨ ਕਰ ਲਓ ਤਾਂ ਉਹ ਪੇਪਰਾਂ 'ਚ ਰਿਪੀਟ ਹੁੰਦੇ ਆ। ਰੈਪੀਟੀਸ਼ਨ 20 ਤੋਂ 30% ਦੀ ਰੈਪੀਟੀਸ਼ਨ ਹੈ, ਕਿਉਂਕਿ ਇਹ ਪੇਪਰ ਬਹੁਤ ਹੀ ਵੱਡੀਆਂ ਨੌਕਰੀਆਂ ਵਾਸਤੇ ਹੁੰਦੇ ਆ ਤੇ ਆਪਾਂ ਜਿਹੜੇ ਰਿਪੀਟਡ ਕੁਐਸਚਨਸ ਹੈ ਇਹਨਾਂ ਨੂੰ ਆਪਾਂ ਬਿਲਕੁਲ ਵੀ ਅਫੋਰਡ ਨਹੀਂ ਕਰ ਸਕਦੇ ਕਿ ਆਪਾਂ ਇਹਨਾਂ ਨੂੰ ਯਾਦ ਨਾ ਰੱਖੀਏ, ਇਹਨਾਂ ਨੂੰ ਆਪਾਂ ਗਲਤੀ ਕਰ ਦਈਏ। ਮੈਂ ਕੁਐਸਚਨਸ ਨੂੰ ਸਾਰੇ ਜਿੰਨੇ ਵੀ ਵਿੱਚ ਆਪਸ਼ਨਸ ਹੈ, ਇਨਕਰੈਕਟ ਆਪਸ਼ਨਸ ਵੀ ਹੈ, ਐਕਸਟਰਾ ਇਨਫੋਰਮੇਸ਼ਨ ਵੀ ਹੈ, ਕੋਈ ਇੱਕ ਅੱਖਰ ਸਿੰਪਲ ਵੀ ਉਹਨਾਂ ਨੇ ਕੁਝ ਐਕਸਟਰਾ ਲਿਖਿਆ ਹੋਇਆ ਉਹਨੂੰ ਮੈਂ ਕੁਐਸਚਨ ਆਨਸਰ ਫਾਰਮੈਟ ਵਿੱਚ ਬਦਲਿਆ ਹੈ ਤਾਂ ਕਿ ਬੱਚਿਆਂ ਤੱਕ ਮੈਂ ਬਿਲਕੁਲ ਰਿਫਾਈਨਡ ਟਾਈਪ ਦਾ ਇੱਕ ਐਸਪੀਰੈਂਟਸ ਤੱਕ ਮਟੀਰੀਅਲ ਪਹੁੰਚਾ ਸਕਾਂ। ਤੇ ਉਸ ਦੀ ਕੰਟੀਨਿਊਟੀ 'ਚ ਇਹਦੇ ਪਾਰਟ 1 ਤੋਂ ਮੈਂ 50 ਤੱਕ ਕੁਐਸਚਨ ਡਿਸਕਸ ਕੀਤੇ ਸੀਗੇ। ਪਾਰਟ 2 ਤੇ ਪਾਰਟ 3 'ਚ ਮੈਂ 3 ਪਾਰਟਸ ਸਾਰਾ ਪੇਪਰ ਖਤਮ ਕਰ ਦੇਣਾ ਹੈ। ਤੇ ਤੁਸੀਂ ਕਿਤੇ ਵੀ ਬੈਠੇ ਹੋ, ਵੇਟ ਕਰ ਰਹੇ ਹੋ, ਬੱਸ ਸਟੈਂਡ ਤੇ ਬੈਠੇ ਹੋ, ਲੰਚ ਕਰ ਰਹੇ ਹੋ, ਵਾਕ ਕਰ ਰਹੇ ਹੋ, ਰੈਸਟ ਕਰ ਰਹੇ ਹੋ, ਈਵਨ ਤੁਹਾਨੂੰ ਸਕਰੀਨ ਦੇਖਣ ਦੀ ਵੀ ਲੋੜ ਨਹੀਂ ਹੈ। ਤੁਸੀਂ ਇਹਨੂੰ ਕੰਨਾਂ ਵਿੱਚ ਲਾ ਕੇ ਆਪਣੇ ਈਅਰਫੋਨਸ ਲਾ ਕੇ ਸੁਣ ਸਕਦੇ ਹੋ ਤਾਂ ਤੁਹਾਨੂੰ ਇਹ ਲਗਾਤਾਰ ਯਾਦ ਰਹਿਣਗੇ। ਕੋਈ ਵੀ ਪੇਪਰ ਦੇ ਦਿਓ ਤੁਸੀਂ ਪੰਜਾਬ ਦਾ, ਪੀਸੀਐਸ ਦੇ ਜਿਹੜੇ ਕੁਐਸਚਨ ਹੈ ਇਹ ਘੁੰਮ ਫਿਰ ਕੇ ਸੇਮ ਕਨਸੈਪਟ ਸਾਹਮਣੇ ਆਉਂਦੇ ਜਾਂਦੇ ਰਹਿੰਦੇ ਆ ਤੇ ਉਹ ਜੇ ਤੁਹਾਨੂੰ ਯਾਦ ਰਹੂਗੇ ਤਾਂ ਤੁਹਾਡੀ ਓਬਵੀਅਸਲੀ ਪੇਪਰ ਵਿੱਚ ਕੁਐਸਚਨ ਰਾਈਟ ਹਿੱਟ ਕਰਨ ਦੀ ਜਿਹੜੀ ਸ਼ਮਤਾ ਹੈ 100% ਵਧੂਗੀ। ਮੇਰਾ ਇਹ ਤਜਰਬਾ ਹੈ, ਮੈਂ ਟੀਚਰ ਰਿਹਾ ਹਾਂ, 15 ਸਾਲ ਤੋਂ ਮੈਂ ਬੱਚਿਆਂ ਨੂੰ ਟੀਚਿੰਗ ਕੀਤੀ ਹੈ ਤੇ ਬਹੁਤ ਸਾਰੇ ਮੇਰੇ ਪੜ੍ਹਾਏ ਹੋਏ ਜਿਹੜੇ ਬੱਚੇ ਹੈ ਉਹ ਬਹੁਤ ਹੀ ਉੱਚੀਆਂ ਪੋਸਟਾਂ ਤੇ ਐਸਡੀਐਮ ਡੀਐਸਪੀ ਲੈਵਲ ਪੋਸਟਾਂ ਤੱਕ ਵੀ ਬੱਚੇ ਪਹੁੰਚੇ ਹੋਏ ਆ ਤੇ ਉਸ ਤਜਰਬੇ ਨੂੰ ਮੈਂ ਤੁਹਾਡੇ ਤੱਕ ਲੈ ਕੇ ਆਇਆ ਇਸ ਚੈਨਲ ਦੇ ਥਰੂ। ਤੇ ਮੈਂ ਹੁਣ ਜਿਵੇਂ ਵੀ ਤੁਹਾਡਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ, ਸੋ ਆਈ ਵਿਲ ਬੀ ਸਟਾਰਟਿੰਗ ਕੁਐਸਚਨ ਨੰਬਰ 51 ਤੋਂ ਪਹਿਲਾਂ ਮੈਂ ਕੁਐਸਚਨ ਇੰਗਲਿਸ਼ 'ਚ ਪੜ੍ਹ ਦੂੰਗਾ, ਪੰਜਾਬੀ 'ਚ ਵੀ ਨਾਲ ਦੀ ਨਾਲ ਦੱਸੂਗਾ ਤੇ ਤੁਹਾਨੂੰ ਮੈਂ ਉਹਨੂੰ ਲਗਾਤਾਰ ਯਾਦ ਵੀ ਕਰਵਾਉਂਦਾ ਰਹੂੰਗਾ ਤੇ ਕੁਝ ਜਿਹੜੇ ਨਾਲ ਇਨਫੋਰਮੇਸ਼ਨ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਰਹੂੰਗਾ। ਤੇ ਬੱਚੋ ਕੁਐਸਚਨ ਨੰਬਰ 51 ਤੋਂ ਆਪਾਂ ਸ਼ੁਰੂ ਕਰਦੇ ਹਾਂ। ਕੁਐਸਚਨ ਨੰਬਰ 51 we are starting within 1 second only. Yes, question number 51, are Rohingya ਫੁੱਲ ਸਿਟੀਜ਼ਨ ਆਫ ਮਿਆਂਮਾਰ? ਬੱਚੋ ਕੱਲ ਆਪਾਂ ਇੱਕ ਕੁਐਸਚਨ ਕੀਤਾ ਸੀਗਾ ਵੀ ਜਿਹੜੇ ਰੋਹਿੰਗਿਆ ਦਾ ਇੱਕ ਇਸ਼ੂ ਚੱਲ ਰਿਹਾ ਮਿਆਂਮਾਰ ਵਿੱਚ, ਇਹ ਇੱਕ ਰਖੀਨੇ ਪ੍ਰੋਵਿੰਸ ਹੈ, ਉੱਥੇ ਮੁਸਲਿਮ ਇੱਕ ਕਮਿਊਨਿਟੀ ਹੈ, ਮੁਸਲਿਮ ਆਪਣੇ ਵੀਰ ਭਾਈ ਹੈ ਜਿਨ੍ਹਾਂ ਦਾ ਇੱਕ ਇਸ਼ੂ ਹੈ। ਮਤਲਬ ਇਹ ਬਾਹਰ ਆ ਕੇ ਮਿਆਂਮਾਰ ਕਹਿੰਦਾ ਕਿ ਦੂਸਰੇ ਬੰਗਲਾਦੇਸ਼ ਤੋਂ ਆ ਕੇ ਇੱਥੇ ਰੁਕੇ ਹੋਏ ਹੈ ਤੇ ਬੰਗਲਾਦੇਸ਼ ਇਸ ਚੀਜ਼ ਨੂੰ ਮਨਾ ਕਰਦਾ ਹੈ। ਤੇ ਇਹ ਜਿਹੜੀ ਗੱਲ ਆ, ਆਰ ਰੋਹਿੰਗਿਆ ਫੁੱਲ ਸਿਟੀਜ਼ਨ ਆਫ ਮਿਆਂਮਾਰ, ਇਹਦਾ ਆਨਸਰ ਬੱਚੋ ਬਿਲਕੁਲ ਨੋ ਹੈ। ਕੁਐਸਚਨ ਨੰਬਰ 51 ਮੈਂ ਆਨਸਰ ਕਰ ਦਿੱਤਾ ਹੈ। ਜਿਹੜੇ ਰੋਹਿੰਗਿਆ ਹੈ ਹੈਜ਼ ਬੀਨ ਡਿਨਾਈਡ ਸਿਟੀਜ਼ਨਸ਼ਿਪ ਇਨ ਮਿਆਂਮਾਰ ਸਿੰਸ 1982 1982 ਐਜ਼ ਦੇ ਆਰ ਕੰਸੀਡਰਡ ਇਲੀਗਲ ਇਮੀਗ੍ਰੈਂਟਸ। ਇਹਨਾਂ ਨੂੰ ਕਿਹਾ ਗਿਆ ਹੈ ਬੰਗਲਾਦੇਸ਼ ਵੱਲੋਂ ਆਏ ਹੋਏ ਹੈ, ਇਹ ਮਿਆਂਮਾਰ ਨੇ ਡਿਕਲੇਅਰ ਕੀਤਾ ਹੋਇਆ। Which amendment in the Indian Constitution was equated with mini constitution? Question number 52 ਬੱਚੋ, ਮਿਨੀ ਕਨਸਟੀਟਿਊਸ਼ਨ ਹੈ, ਕਨਸਟੀਟਿਊਸ਼ਨ ਆਪਣਾ ਇੱਕ ਬਹੁਤ ਵੱਡਾ ਕਨਸਟੀਟਿਊਸ਼ਨ ਆਪਾਂ ਨੂੰ ਪਤਾ ਹੈ, ਬਹੁਤ ਸਾਰੇ ਉਹਦੇ ਵਿੱਚ ਆਰਟੀਕਲਸ ਹੈ, ਸ਼ੈਡਿਊਲਸ ਹੈ ਤੇ ਉਸ ਦਾ ਇੱਕ ਮਿਨੀ ਕਨਸਟੀਟਿਊਸ਼ਨ ਇੱਕ ਅਮੈਂਡਮੈਂਟ ਹੋਈ ਹੈ ਜਿਹੜੀ ਆਪਾਂ 42ਵੀਂ ਅਮੈਂਡਮੈਂਟ ਹੈ, 42nd ਅਮੈਂਡਮੈਂਟ ਹੈ ਜਿਹੜੀ, ਇਹ ਅਮੈਂਡਮੈਂਟ ਬਹੁਤ ਵੱਡੀ ਸੀਗੀ। ਇਹਦੇ ਵਿੱਚ ਕਈ ਸਾਰੇ ਆਰਟੀਕਲ ਤੇ ਕਈ ਸਾਰੇ ਨਿਯਮ ਹੈ ਕਨਸਟੀਟਿਊਸ਼ਨ ਦੇ ਬਦਲੇ ਗਏ ਸੀ ਤੇ ਇਹ 42ਵੀਂ ਜਿਹੜੀ ਅਮੈਂਡਮੈਂਟ ਹੈ ਆਪਣੇ ਆਪ 'ਚ ਇਹਨੇ ਕਨਸਟੀਟਿਊਸ਼ਨ ਨੂੰ ਕਾਫੀ ਹੱਦ ਤੱਕ ਬਦਲਿਆ ਸੀਗਾ। ਤਾਂ ਇਸ 42ਵੀਂ ਅਮੈਂਡਮੈਂਟ ਨੂੰ ਆਪਾਂ ਮਿਨੀ ਕਨਸਟੀਟਿਊਸ਼ਨ ਹੀ ਕਹਿ ਦਿੰਦੇ ਆ। ਇੱਕ ਤਰ੍ਹਾਂ ਤੁਸੀਂ ਲਾ ਲਓ ਵੀ ਨਵਾਂ ਕਨਸਟੀਟਿਊਸ਼ਨ, ਪੁਰਾਣੇ ਵਿੱਚ ਨਵੇਂ ਕਨਸਟੀਟਿਊਸ਼ਨ ਦੀ ਇਹਨੇ ਮਤਲਬ એનર્ਜੀ ਫੂਕੀ ਆ, ਜੋ ਵੀ ਤੁਸੀਂ ਇਹਨੂੰ ਮੰਨ ਸਕਦੇ ਹੋ। ਬਹੁਤ ਹੀ ਫੇਮਸ ਕੁਐਸਚਨ ਹੈ, ਅਲੱਗ-ਅਲੱਗ ਤਰੀਕੇ ਨਾਲ ਪੁੱਛਿਆ ਜਾਂਦਾ, ਇੰਟਰਵਿਊਆਂ 'ਚ ਤੁਹਾਨੂੰ ਪੁੱਛ ਲੈਣਗੇ, ਘੁੰਮਦਾ ਹੀ ਰਹਿੰਦਾ। ਤੁਸੀਂ ਕੋਈ ਨੈਸ਼ਨਲ ਲੈਵਲ ਦੇ ਪੇਪਰ ਦੇ ਲਓ, ਪੰਜਾਬ ਦੇ ਪੇਪਰ ਤਾਂ ਆਂਦਾ ਹੀ ਰਹਿੰਦਾ ਹੈ। ਕੁਐਸਚਨ ਨੰਬਰ 53, ਇਹ ਪੀਸੀਐਸ ਦਾ ਪੇਪਰ ਚੱਲ ਰਿਹਾ ਹੈ। ਮੈਂ ਬੱਚਿਆਂ ਨੂੰ ਦੱਸਦਾ ਕਿ ਮੈਂ ਪੀਸੀਐਸ ਦੇ ਜਿੰਨਾ ਪੀਸੀਐਸ ਇੱਕ ਆਰਗੇਨਾਈਜੇਸ਼ਨ ਉਹ ਤਾਂ ਮੈਂ ਸਾਰੇ ਪੇਪਰ ਡਿਸਕਸ ਕਰਦਾ, ਟ੍ਰਿਪਲ ਐਸ ਵੀ ਜਿੰਨੇ ਵੀ ਪੇਪਰ ਡਿਸਕਸ ਕਰਦੀ ਆਂਦੇ ਹੈ ਉਹਨਾਂ ਨੂੰ ਵੀ ਮੈਂ ਬੱਚਿਆਂ ਤੱਕ ਇਨਫੋਰਮੇਸ਼ਨ ਪਹੁੰਚਾਉਣਾ, ਯਾਦ ਕਰਵਾਉਣਾ ਤੇ ਉਹਨਾਂ ਨੂੰ ਸਾਰੇ ਆਨਸਰ ਸਟੀਕ ਲੱਭ ਕੇ ਡਿਸਕਸ ਕਰਦਾ। ਪੰਜਾਬ ਪੁਲਿਸ ਦੇ ਹੋਗੇ, ਸਕੂਲ ਐਜੂਕੇਸ਼ਨ ਬੋਰਡ ਦੇ ਹੋਗੇ ਤੇ ਪਲੇ ਲਿਸਟ ਵਿੱਚ ਤੁਹਾਨੂੰ ਪੀਪੀਐਸਸੀ ਦੇ ਸਾਰੇ ਇੱਕ ਪਾਸੇ ਮਿਲ ਜਾਣਗੇ, ਠੀਕ ਹੈ। ਸੋ 53, ਹਾਊ ਮੈਨੀ ਸ਼ੈਡਿਊਲਸ ਆਰ ਦੇਅਰ ਇਨ ਇੰਡੀਅਨ ਕਨਸਟੀਟਿਊਸ਼ਨ? ਇੰਡੀਅਨ ਕਨਸਟੀਟਿਊਸ਼ਨ ਵਿੱਚ ਕਿੰਨੇ ਸ਼ੈਡਿਊਲ ਹਨ? ਇੰਡੀਅਨ ਕਨਸਟੀਟਿਊਸ਼ਨ ਵਿੱਚ ਸ਼ੈਡਿਊਲਸ ਆਰਟੀਕਲਸ ਨਾਲੋਂ ਅਲੱਗ ਚੀਜ਼ ਹੁੰਦੀ ਹੈ। ਸ਼ੈਡਿਊਲ ਪਿੱਛੇ ਲੱਗੇ ਹੁੰਦੇ ਕਨਸਟੀਟਿਊਸ਼ਨ ਦੀ, ਜੇ ਤੁਸੀਂ ਕਿਤਾਬ ਚੱਕੋਗੇ ਤਾਂ ਉਹਦੇ ਵਿੱਚ 12 ਸ਼ੈਡਿਊਲ ਹਨ ਆਪਣੇ ਇੰਡੀਅਨ ਦੇਸ਼ ਦੇ ਸੰਵਿਧਾਨ ਦੇ ਵਿੱਚ। 54 ਨੰਬਰ ਸਵਾਲ ਬੱਚੋ, ਸ਼ੈਡਿਊਲ 11 ਇਜ਼ ਇਨਕੋਰਪੋਰੇਟਡ ਬਾਈ ਵਿਚ ਕਨਸਟੀਟਿਊਸ਼ਨਲ ਅਮੈਂਡਮੈਂਟ? ਜਿਹੜਾ 11ਵਾਂ ਸ਼ੈਡਿਊਲ ਹੈ ਉਹ ਕਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਤਹਿਤ ਉਹ ਕਨਸਟੀਟਿਊਸ਼ਨ ਦੇ ਵਿੱਚ ਲਾਇਆ ਗਿਆ ਹੈ? 73ਵੀਂ ਬੱਚੋ, 73ਵੀਂ 73rd ਕਨਸਟੀਟਿਊਸ਼ਨਲ ਅਮੈਂਡਮੈਂਟ ਹੈ। 73rd ਕਨਸਟੀਟਿਊਸ਼ਨਲ ਅਮੈਂਡਮੈਂਟ ਦਾ 11ਵਾਂ ਜਿਹੜਾ ਸ਼ੈਡਿਊਲ ਹੈ
ਪੰਚਾਇਤੀ ਰਾਜ ਵਾਲਾ ਸ਼ਡਿਊਲ ਹੁੰਦਾ ਇਹ ਉਹਦੇ ਵਿੱਚ ਲਾਇਆ ਗਿਆ ਹੈ। ਉਹ ਇਹ ਪੰਚਾਇਤ ਦੀਆਂ ਇਹਦੇ ਵਿੱਚ ਗੱਲਾਂ ਹਨ। 55 ਸਵਾਲ 55 ਸ਼ਡਿਊਲ 12 ਹੈ ਜਿਹੜਾ ਬੱਚੋ, ਤੇ ਇਹ ਇਜ਼ ਇਨਕੋਰਪੋਰੇਟਡ ਇਨ ਕਨਸਟੀਟਿਊਸ਼ਨ ਬਾਈ ਵਿਚ ਅਮੈਂਡਮੈਂਟ, ਕਿਹੜੀ ਅਮੈਂਡਮੈਂਟ ਦੇ ਤਹਿਤ? ਇਹ 74ਵੀਂ ਅਮੈਂਡਮੈਂਟ ਬੱਚੇ, ਇਹ ਭੁੱਲਣਾ ਨਹੀਂ ਹੈਗਾ ਕਿਸੇ ਵੀ ਕੀਮਤ ਤੇ। ਜਦ ਆਪਾਂ ਨੂੰ ਚੀਜ਼ ਨਹੀਂ ਭੁੱਲਦੀ ਹੈਗੀ ਤੇ ਉਹਦੇ ਨਾਲ ਆਪਣਾ ਟਾਈਮ ਵੀ ਬਚਦਾ। ਜਿਹੜਾ ਆਪਾਂ ਬ੍ਰੇਨਸਟਾਰਮ ਕਰਦੇ ਆ ਪੇਪਰ ਵਿੱਚ, ਜਦ ਆਪਾਂ ਡਾਇਰੈਕਟਲੀ ਬੱਚੋ ਆਨਸਰ ਯਾਦ ਕਰਦੇ ਨਾ, ਆਪਸ਼ਨ ਆਪਣੇ ਦਿਮਾਗ ਵਿੱਚ ਧੁੰਦਲਾਪਨ ਦਿੰਦਾ ਹੈ। ਆਪਾਂ ਪੇਪਰਾਂ ਜਦ ਆਪਸ਼ਨ ਦੂਸਰੇ ਇਨਕਰੈਕਟ ਵੀ ਨਾਲ ਪੜ੍ਹਦੇ ਆ ਤਾਂ ਉਹਦੇ ਨਾਲ ਦਿਮਾਗ ਵਿੱਚ ਇੱਕ ਧੁੰਦਲਾਪਨ ਵੀ ਹੁੰਦਾ। ਇਸ ਲਈ ਜਦ ਆਪਾਂ ਕੁਐਸਚਨ ਆਨਸਰ ਜ਼ਿਆਦਾ, ਉਹਦੀ ਸਟੀਕ, ਉਹਦੀ ਮੈਮਰੀ ਰਿਟੈਂਸ਼ਨ ਬਹੁਤ ਜ਼ਿਆਦਾ ਰਹਿੰਦੀ ਹੈ। ਤੇ ਉਹਦੇ ਵਿੱਚ ਮੈਂ ਆਪਣੇ ਸਟੂਡੈਂਟਸ ਵਿੱਚ ਇਹ ਗੱਲ ਦੇਖੀ ਹੈ ਕਿ ਮੇਰੇ ਸਟੂਡੈਂਟਾਂ ਨੇ ਤਾਂ ਕਮਾਲ ਕੀਤੀ ਸੀ, ਕਈ ਪੇਪਰਾਂ 'ਚ, ਪ੍ਰੀ ਦੇ ਪੇਪਰਾਂ 'ਚ ਇਦਾਂ ਉਹਨਾਂ ਨੇ ਕੀਤਾ ਹੈ। ਤੇ ਉਹੀ ਚੀਜ਼ ਹੁਣ ਤੁਸੀਂ ਵੀ ਇੱਥੋਂ ਤੁਸੀਂ ਫੜੋ ਤੇ ਉਹਨੂੰ ਯਾਦ ਕਰ ਸਕਦੇ। 56 ਨੈਕਸਟ ਕੁਐਸਚਨ, ਮੈਂ ਇੱਕ ਵੀ ਇਹਦੇ 'ਚ ਆਪਸ਼ਨ ਜਾਂ ਕੋਈ ਵੀ ਇਨਫੋਰਮੇਸ਼ਨ ਦਾ ਬਿਟ ਛੱਡਿਆ ਨਹੀਂ ਹੋਇਆ ਹੈਗਾ, ਸਾਰਾ ਨਿਚੋੜਦਾ ਹੈ ਪੇਪਰ। The ninth schedule was added to the constitution by which amendment? ਜਿਹੜਾ ਬੱਚੋ 9ਵਾਂ ਸ਼ਡਿਊਲ ਹੈ ਨਾ, ਇਹ ਜਿਹੜਾ ਹੈ ਸ਼ਡਿਊਲ, ਇਹ ਕੰਸਟੀਟਿਊਸ਼ਨ ਵਿੱਚ ਕਿਹੜੀ ਅਮੈਂਡਮੈਂਟ ਦੇ ਤਹਿਤ ਹੈ? ਇਹ ਬੱਚੋ ਫਸਟ ਅਮੈਂਡਮੈਂਟ ਦੇ ਤਹਿਤ ਇਹਨੂੰ ਲਾਇਆ ਗਿਆ। 9th ਸ਼ਡਿਊਲ ਵਿੱਚ ਬੱਚੋ ਇਦਾਂ ਦੇ ਕੁਝ ਲਾਜ਼ ਹੈ ਜਿਨ੍ਹਾਂ ਨੂੰ ਨਾ ਬਦਲਿਆ ਨਹੀਂ ਜਾ ਸਕਦਾ। ਸੈਂਟਰ ਤੇ ਸਟੇਟ ਦੇ ਲਾਅ ਉਹਨਾਂ ਨੂੰ ਹੱਥ ਨਹੀਂ ਲਾ ਸਕਦੇ ਹੈਗੇ। ਉਹ ਲਾਜ਼ ਨੂੰ ਨਾ ਇਕੱਠਾ ਕਰਕੇ ਲਿਖਿਆ ਹੋਇਆ ਇਹਦੇ ਵਿੱਚ, ਉਹ 9ਵੇਂ ਸ਼ਡਿਊਲ ਵਿੱਚ ਫਸਟ ਅਮੈਂਡਮੈਂਟ। ਕਮਾਲ ਦੀ ਗੱਲ ਹੈ, ਕਿੰਨੀਆਂ ਸਾਰੀਆਂ ਅਮੈਂਡਮੈਂਟਸ ਹੈ, ਪਹਿਲੀ ਅਮੈਂਡਮੈਂਟ ਜਿਹੜੀ ਹੈ ਉਹ 9th ਸ਼ਡਿਊਲ ਦੀ ਹੈ। 57th ਬੱਚੋ, ਐਂਟੀ ਡਿਫੈਕਸ਼ਨ ਲਾਅ ਇਜ਼ ਇਨ ਵਿਚ ਸ਼ਡਿਊਲ ਆਫ ਕੰਸਟੀਟਿਊਸ਼ਨ? ਐਂਟੀ ਡਿਫੈਕਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਬੱਚੋ ਜਦ ਪਾਰਟੀ ਬਣਦੀ ਹੈ ਤੇ ਜਦ ਪਾਰਟੀ ਕੋਈ ਸੱਤਾ ਵਿੱਚ ਆ ਜਾਂਦੀ ਹੈ ਤੇ ਉਹ ਪਾਰਟੀ ਏਦਾਂ ਨਹੀਂ ਹੈ ਕਿ ਉਹਦੇ ਬੰਦੇ ਤੋੜ ਕੇ ਹੁਣ ਦੂਜੀ ਪਾਰਟੀ ਜੁਆਇਨ ਕਰ ਲੈਣ, ਆਪਣੀ ਪੁਰਾਣੀ ਪਾਰਟੀ ਦਾ ਨਾਮ ਵੀ ਆਏ ਤਾਂ ਮਤਲਬ ਸਾਰਾ ਜਿਸ ਪਾਰਟੀ ਦੇ ਨਾਮ ਦੇ ਉੱਤੇ ਉਹ ਜਿੱਤ ਕੇ ਆਏ ਆ ਉਹਨੂੰ ਛੱਡਣਾ ਇਕੱਠੇ ਹੋ ਕੇ ਜਾਂ ਦੂਸਰੀ ਪਾਰਟੀ 'ਚ ਜਾ ਕੇ ਸੱਤਾ 'ਚ ਮਿਲ ਜਾਣਾ, ਇਹ ਪੋਸੀਬਲ ਨਹੀਂ ਹੈਗਾ। ਇਹਦੇ ਤਹਿਤ ਬਹੁਤ ਜ਼ਿਆਦਾ ਆਪਣੀ ਖਿਲਵਾੜ ਹੋਇਆ ਸੀਗਾ ਪਾਸਟ ਵਿੱਚ, ਹਿਸਟਰੀ ਵਿੱਚ ਜਦ ਆਪਾਂ ਦੇਖੀਏ ਆਪਣੇ ਦੇਸ਼ ਦੇ ਜਾਂ ਸਰਕਾਰਾਂ ਬਣੀਆਂ ਤੇ ਇਸ ਨੂੰ ਰੋਕਣ ਵਾਸਤੇ, ਤਾਂ ਕਿ ਬਾਰ-ਬਾਰ ਸਰਕਾਰਾਂ ਵਿੱਚ ਤਾਂ ਤੋੜ ਤੜੀਕ ਨਾ ਹੋਵੇ। ਐਮਐਲਏ ਖਰੀਦੇ ਜਾਂਦੇ ਆ, ਅੱਧੇ ਉੱਧਰ ਜਾ ਕੇ ਮਿਲ ਜਾਂਦੇ ਆ, ਸਾਰਾ ਕਿਉਂਕਿ ਲੋਕਾਂ ਦਾ ਇੰਨਾ ਤੰਤਰ ਲੱਗਿਆ ਹੁੰਦਾ, ਲੋਕਾਂ ਦੇ ਇੰਨੇ એનર્ਜੀ ਟਾਈਮ ਸਰਕਾਰ ਦਾ ਲੱਗਿਆ ਹੁੰਦਾ ਵੋਟਾਂ ਪਵਾਉਣ। ਤਾਂ ਐਂਟੀ ਡਿਫੈਕਸ਼ਨ ਲਾਅ ਇਹਦੇ ਵਾਸਤੇ ਲੈ ਕੇ ਆਇਆ ਗਿਆ ਸੀਗਾ। ਇਹ ਬੱਚੋ 10ਵੇਂ ਸ਼ਡਿਊਲ 'ਚ, 10ਵਾਂ ਸ਼ਡਿਊਲ ਹੈ ਨਾ ਜਿਹੜਾ, ਉਹਦੇ ਵਿੱਚ ਐਂਟੀ ਡਿਫੈਕਸ਼ਨ ਦੀਆਂ ਗੱਲਾਂ ਲਿਖੀਆਂ ਗਈਆਂ ਹਨ। ਠੀਕ ਹੈ, ਸੋ ਨੈਕਸਟ ਮੈਂ ਤੁਹਾਨੂੰ ਦੱਸਦਾ 58th ਬੱਚੋ, 58ਵਾਂ ਸਵਾਲ ਹੈ। 10th schedule was added to the constitution by which amendment? ਜਿਹੜਾ 10ਵਾਂ ਸ਼ਡਿਊਲ ਹੈ ਉਹ ਹੈ ਐਂਟੀ ਡਿਫੈਕਸ਼ਨ ਦਾ। ਇਹ ਕਿਹੜਵੀਂ 52ਵੀਂ 52nd ਬੱਚੋ ਅਮੈਂਡਮੈਂਟਾਂ ਨਾ ਇੰਨੀਆਂ ਜ਼ਰੂਰੀ ਹਨ। ਦੇਖੋ ਅਮੈਂਡਮੈਂਟਾਂ ਇੰਨੀਆਂ ਜ਼ਿਆਦਾ ਆਪਾਂ ਸਾਰੀਆਂ ਨਹੀਂ ਯਾਦ ਕਰ ਸਕਦੇ, ਪਰ ਕੁਝ ਅਮੈਂਡਮੈਂਟ ਹੈ ਨਾ ਫੇਵਰੇਟ ਹੁੰਦੀ ਹੈ। ਫੇਵਰੇਟ ਮਤਲਬ ਉਹ ਇੰਪੋਰਟੈਂਟ ਹੈ। ਜਿਵੇਂ ਕੁਝ ਸਬਜੈਕਟਾਂ 'ਚ ਕੁਝ ਇਦਾਂ ਦੀਆਂ ਚੀਜ਼ਾਂ ਜਦ ਆਪਾਂ ਸਬਜੈਕਟ ਪੜ੍ਹਦੇ ਹਾਂ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਵੀ ਇਹ ਚੀਜ਼ ਦਾ ਜ਼ਿਕਰ ਬਾਰ-ਬਾਰ ਆਉਂਦਾ, ਇਹ ਖਾਸ ਚੀਜ਼ ਹੈ, ਇਹ ਪਿੰਚ ਵਾਲੀ ਚੀਜ਼ ਹੈ, ਇਹ ਟੀਚਰਾਂ ਦੇ ਦਿਲ ਦੇ ਕੋਲ ਚੀਜ਼ ਹੈ, ਇਹ ਉਹਨਾਂ ਗੱਲਾਂ 'ਚੋਂ ਸਪੈਸ਼ਲ ਚੀਜ਼ ਹੈ। ਤਾਂ ਇਹਨਾਂ ਨੂੰ ਆਪਾਂ ਜ਼ਿਆਦਾ ਯਾਦ ਰੱਖਣਾ। ਸਾਰੀਆਂ ਅਮੈਂਡਮੈਂਟਾਂ ਸਾਰਾ ਕੁਝ ਹੈ ਉਹ ਤਾਂ ਇੰਨਾ ਜ਼ਿਆਦਾ ਹੈ ਕਿ ਆਪਣੇ ਦਿਮਾਗ 'ਚੋਂ ਸਲਿੱਪ ਹੋ ਜਾਊਗਾ, ਕਿਤਾਬਾਂ 'ਚੋਂ ਆਪਾਂ ਨੂੰ ਯਾਦ ਨਹੀਂ ਰਹਿ ਸਕਦਾ ਹੈਗਾ। ਠੀਕ ਹੈ, ਸੋ 10th ਜਿਹੜਾ ਸ਼ਡਿਊਲ ਹੈ ਇਹ ਹੈ ਬੱਚੋ 52nd ਅਮੈਂਡਮੈਂਟ ਦੇ ਤਹਿਤ ਹੈ। what are the essential conditions for the political party to be recognized? जैसे नेशनल पार्टी, किसी भी पार्टी ਨੂੰ ਨੈਸ਼ਨਲ ਪਾਰਟੀ ਦਾ ਦਰਜਾ ਦੇਣ ਵਾਸਤੇ ਕਿਹੜੀਆਂ ਅਸੈਂਸ਼ੀਅਲ ਜ਼ਰੂਰੀ ਕੰਡੀਸ਼ਨਸ ਦੇ ਤਹਿਤ ਪੁਆਇੰਟਸ ਇਹ ਪੁੱਛੇ ਗਏ ਸਨ ਆਪਸ਼ਨਾਂ ਦੇ ਵਿੱਚ, ਜਿਨ੍ਹਾਂ ਨੂੰ ਮੈਂ ਬਹੁਤ ਹੀ ਸਟੀਕ ਤੇ ਸਾਫ਼ ਕਰਕੇ ਇੱਥੇ ਸਾਡੇ ਗਲਤ ਆਪਸ਼ਨਸ ਨੂੰ ਵੀ ਕਰੈਕਟ ਕੀਤਾ ਹੈ। ਇਫ ਏ ਪਾਰਟੀ ਗੈਟਸ ਬੱਚੋ ਇਹਨਾਂ ਆਪਸ਼ਨਾਂ ਚੋਂ, ਇਫ ਏ ਪਾਰਟੀ ਗੈਟਸ 6% ਆਫ ਦਾ ਟੋਟਲ ਵੈਲਿਡ ਵੋਟਸ ਪੋਲਡ ਇਨ ਦਾ ਇਲੈਕਸ਼ਨਸ, कोई भी इलेक्शन हुए हैं लोक सभा ਦੇ ਬੱਚੋਂ ਜਦ ਇਲੈਕਸ਼ਨਸ ਹੋਏ हैं, इफ ए पार्टी गेट्स 6% ऑफ टोटल वैलिड वोट्स, ਕੋਈ ਵੀ ਜੇ 6% ਤੋਂ ਜਿੰਨੀਆਂ ਵੀ ਟੋਟਲ ਵੋਟਾਂ ਪਈਆਂ ਹਨ, ਟੋਟਲ ਜਿੰਨੇ ਵੈਲਿਡ ਹੈ, ਇਦਾਂ ਨਹੀਂ ਇਨਵੈਲਿਡ ਵੋਟ ਨਹੀਂ ਹੈ ਜਿਹੜੀ ਵੋਟ ਖਰਾਬ ਹੋ ਗਈ ਹੈ, ਜਿਹੜੀ ਵੈਲਿਡ ਵੋਟਾਂ ਪਈਆਂ ਬੱਚੋ ਉਹ 6% ਤੋਂ ਜ਼ਿਆਦਾ ਜੇ ਕਿਸੇ ਪਾਰਟੀ ਨੂੰ ਮਿਲ ਜਾਣ ਲੋਕ ਸਭਾ ਦੇ 4 ਜਾਂ 4 ਤੋਂ ਵੱਧ ਸਟੇਟਾਂ ਦੇ ਵਿੱਚ, ਤਾਂ ਉਹ ਜਿਹੜੀ ਹੈ ਪਾਰਟੀ ਇੱਕ ਨੈਸ਼ਨਲ ਪਾਰਟੀ ਖਵਾਉਂਦੀ ਹੈ। if a party sends 4 elected members to ਲੋਕ ਸਭਾ, ਜੇ ਕੋਈ ਪਾਰਟੀ ਬੱਚੋ 4 ਇਲੈਕਟਡ ਮੈਂਬਰ ਆਪਣੇ ਕਰਾ ਕੇ ਲੋਕ ਸਭਾ 'ਚ ਭੇਜ ਦੇਵੇ, ਲੋਕ ਸਭਾ ਹੈ ਬੱਚੋ, ਰਾਜ ਸਭਾ ਨਹੀਂ ਹੈ ਇੱਥੇ। ਠੀਕ ਹੈ, ਇਹ ਛੋਟੇ ਛੋਟੇ ਚੀਜ਼ਾਂ ਤੇ ਆਪਾਂ ਨੂੰ ਪਸੰਦ ਹੈ, ਇਹ ਚੀਜ਼ਾਂ ਤੁਸੀਂ ਧਿਆਨ ਰੱਖਣਾ ਹੈ। ਅਗਲੀ ਗੱਲ ਹੈ, ਇਫ ਏ ਪਾਰਟੀ ਗੈਟਸ 2% ਆਫ ਟੋਟਲ ਨੰਬਰ ਆਫ ਸੀਟਸ ਇਨ ਲੋਕ ਸਭਾ ਫਰੋਮ ਨੋਟ ਲੈਸ ਦੈਨ 3 ਸਟੇਟ। ਇਹ ਸੀਟਾਂ ਪਹਿਲਾਂ ਵੋਟਾਂ ਦੀ ਗੱਲ ਹੋਈ, ਫਿਰ ਜਿਹੜੀਆਂ ਲੋਕ ਸਭਾ ਦੇ ਵਿੱਚ ਬੱਚੋ 4 ਇਲੈਕਟਡ ਮੈਂਬਰ ਭੇਜੇ ਜਾਣ। ਇਫ ਏ ਪਾਰਟੀ ਗੈਟ 2% ਆਫ ਦਾ ਟੋਟਲ ਮੈਂਬਰਸ
ਟੋਟਲ ਨੰਬਰ ਆਫ ਸੀਟਸ ਇਨ ਲੋਕ ਸਭਾ ਦੇ 2% ਬੱਚੋ ਸੀਟਾਂ ਮਿਲ ਜਾਣ ਫਰੋਮ ਨੋਟ ਲੈਸ ਦੈਨ 3 ਸਟੇਟਾਂ ਤੋਂ ਘੱਟੋ ਘੱਟ ਹੋਣ। ਇਹ ਅਲੱਗ ਜਗ ਆਏ ਨਹੀਂ ਵੀ ਇੱਕੋ ਸਟੇਟ ਤੋਂ ਜਿੱਤ ਕੇ ਤੁਸੀਂ 2% ਵੋਟਾਂ 10 ਜਾਂ 15 ਲੈ ਲਓ। 2% ਤੁਸੀਂ ਹਿਸਾਬ ਲਾ ਸਕਦੇ ਹੋ, 500 ਦੇ ਹਿਸਾਬ ਨਾਲ 12 ਦੇ ਅਰਾਊਂਡ ਬਣ ਜਾਣਗੀਆਂ। 12 ਉਹ ਹੋਣੇ ਚਾਹੀਦੇ ਆ ਫਰੋਮ ਨੋਟ ਲੈਸ ਦੈਨ 3 ਸਟੇਟਾਂ ਤੋਂ ਪਰ ਉਹ ਹੋਣੇ ਚਾਹੀਦੇ ਆ। ਦਾ ਪਾਰਟੀ ਗੈਟਸ ਰਿਕੋਗਨਾਈਜ਼ਡ ਐਸ ਅ ਸਟੇਟ ਪਾਰਟੀ ਇਨ 4 ਸਟੇਟਸ। ਜੇ ਕੋਈ ਪਾਰਟੀ ਇੱਥੇ ਪਾਰਟ ਲਿਖ ਦਿੱਤਾ ਗਿਆ ਹੈ ਮੇਰੇ ਦੁਆਰਾ, ਇਹਨੂੰ ਠੀਕ ਕਰੂੰਗਾ ਬਿਲਕੁਲ ਮੈਂ, ਪਰ ਮੈਂ ਤੁਹਾਨੂੰ ਦੱਸਦਾ ਕਿ ਇਹ ਚੀਜ਼ ਇਹਨੂੰ ਆਪਾਂ ਠੀਕ ਕਰ ਲਈਏ ਤੇ 4 ਸਟੇਟ ਦੇ ਵਿੱਚ ਜੇ ਕੋਈ ਪਾਰਟੀ ਸਟੇਟ ਪਾਰਟੀ ਘੋਸ਼ਿਤ ਕਰ ਦਿੱਤੀ ਗਈ ਹੈ ਤਾਂ ਉਹਨੂੰ ਆਪਾਂ ਨੈਸ਼ਨਲ ਪਾਰਟੀ। ਇਹ ਚਾਰੇ ਕੰਡੀਸ਼ਨਾਂ ਬੱਚੋ ਬਹੁਤ ਇੰਪੋਰਟੈਂਟ ਹਨ। ਇਹ ਚਾਰੇ ਕੰਡੀਸ਼ਨਾਂ ਇਕੱਠੀਆਂ ਸਕਸੈਸਫੁਲ ਨਹੀਂ ਆਪਾਂ ਕਰਾਉਣੀਆਂ ਹੁੰਦੀਆਂ। ਸੋ ਇਹ ਜਿਹੜੀ ਹੈਗੀ ਆ ਕੰਡੀਸ਼ਨਾਂ ਆਪਾਂ ਇਹਨਾਂ ਚੋਂ ਜੇ ਮਤਲਬ ਕੋਈ ਵੀ ਜੇ ਇੱਕ ਕੰਡੀਸ਼ਨ ਸੈਟੀਸਫਾਈ ਹੋ ਜਾਂਦੀ ਹੈ ਤਾਂ ਉਹ ਜਿਹੜੀ ਹੈ ਪਾਰਟੀ ਨੂੰ ਆਪਾਂ ਨੈਸ਼ਨਲ ਪਾਰਟੀ ਡਿਕਲੇਅਰ ਕਰ ਦਿੰਦੇ ਹਾਂ। ਨੈਕਸਟ ਗੱਲ, which is the what is the duration for the term of office to the ਪੰਚਾਇਤ at every level। ਪੰਚਾਇਤ ਬੱਚੋ 3 ਲੈਵਲ ਤੇ ਹੁੰਦੀ ਹੈ। ਉਹ ਜਿਹੜਾ ਹੈ ਵੀ ਕਿਸ ਲੈਵਲ ਤੇ ਜਿਹੜੀ ਪੰਚਾਇਤ ਹੈ, ਇਹ ਕੁਐਸਚਨ ਪੁੱਛਿਆ ਗਿਆ ਸੀਗਾ ਕਿੰਨੇ ਸਾਲ ਵਾਸਤੇ ਆਉਂਦੀ ਹੈ ਪੰਚਾਇਤ, ਕਿੰਨੇ ਲੈਵਲ ਤੇ ਹੁੰਦੀ ਹੈ ਬੱਚੋ? 3 ਲੈਵਲ ਤੇ ਪੰਚਾਇਤੀ ਰਾਜ, ਇੱਕ ਪਿੰਡਾਂ ਵਿੱਚ ਹੁੰਦੀ ਹੈ, ਫਿਰ ਬਲਾਕ ਲੈਵਲ ਹੁੰਦਾ ਹੈ, ਫਿਰ ਅੱਗੇ ਇੱਕ ਡਿਸਟ੍ਰਿਕਟ ਲੈਵਲ ਤੇ ਵੀ ਹੁੰਦੀ ਹੈ। ਤੇ ਟਰਮ ਆਫ ਆਫਿਸ ਕਿੰਨੀ ਸਾਲ ਹੁੰਦੀ ਹੈ ਬੱਚੋ? ਉਹਨਾਂ ਦੀ 5 ਸਾਲ। ਉਹ ਜਿਵੇਂ ਆਪਣੀਆਂ ਲੋਕ ਸਭਾ ਐਮਐਲਏ ਦੀਆਂ ਹੁੰਦੀਆਂ ਉਹੀ ਚੀਜ਼ ਹੈ, ਲੋਕ ਸਭਾ ਵਾਲੀ ਹੋ ਗਈ, ਐਮਐਲਏ ਵਾਲੀ ਹੋ ਗਈ, ਲੈਜਿਸਲੇਟਿਵ ਵਾਲੀ ਹੋ ਗਈ, ਉਸੇ ਤਰੀਕੇ ਨਾਲ ਇਹ 5 ਸਾਲ ਹੁੰਦਾ। ਠੀਕ ਹੈ। 61ਵਾਂ ਕੁਐਸਚਨ ਬੱਚੋ ਫਟਾਫਟ ਆਪਾਂ ਕਰਨਾ ਹੈ। ਕੈਨ ਸਟੇਟ ਲੈਜਿਸਲੇਚਰ ਮੇਕ ਪ੍ਰੋਵੀਜ਼ਨਸ ਵਿਦ ਰਿਸਪੈਕਟ ਟੂ all matters related to the elections to the ਪੰਚਾਇਤ? ਕੀ ਸਟੇਟ ਲੈਜਿਸਲੇਚਰ ਹੈ ਜਿਹੜੀ ਉਹ ਸਾਰੇ ਪ੍ਰੋਵੀਜ਼ਨਸ ਬਣਾ ਸਕਦੀ ਹੈ ਵਿਦ ਰਿਸਪੈਕਟ ਟੂ ਦਾ all matters related to elections to the ਪੰਚਾਇਤ? ਜਿਹੜੇ ਪੰਚਾਇਤ ਦੇ ਇਲੈਕਸ਼ਨਾਂ ਦੇ ਹਿਸਾਬ ਦੇ ਪ੍ਰੋਸੀਜਰਸ ਉਹਨਾਂ 'ਚ ਕੋਈ ਬਦਲਾਅ ਜਾਂ ਉਹ ਬਣਾ ਸਕਦੀ ਹੈ? ਹਾਂਜੀ ਬਿਲਕੁਲ ਬਣਾ ਸਕਦੀ ਹੈ। ਪੇਪਰ ਵਿੱਚ ਪੁੱਛਿਆ ਗਿਆ ਸੀਗਾ ਤਾਂ ਉਸੇ ਨੂੰ ਮੈਂ ਕੁਐਸਚਨ ਆਨਸਰ ਫਾਰਮੈਟ ਤੁਹਾਨੂੰ ਦੱਸ ਰਿਹਾ ਜੋ ਉਹਨਾਂ ਨੇ ਉਲਝਾ ਕੇ ਦਿੱਤਾ ਸੀ ਉਹਨੂੰ ਸਿੱਧਾ ਕਰਤਾ ਹੈ। ਅਗਲੀ ਗੱਲ ਬੱਚੋ 62 ਨੰਬਰ ਸਵਾਲ ਹੋ ਗਿਆ। which amendment act provides for the reservation of not less than 1/3 of total number of seats for women including number of seats reserved for women belonging to SC and ST? ਕਿਹੜੇ ਅਮੈਂਡਮੈਂਟ ਐਕਟ ਦੇ ਤਹਿਤ ਬੱਚੋ ਇਹ ਕਿਹਾ ਗਿਆ ਵੀ 1/3 ਜਿਹੜੀਆਂ ਸੀਟਾਂ ਹਨ ਵੀ ਉਹ ਵਿਮਨ ਵਾਸਤੇ ਆਪਾਂ ਰੱਖਣੀਆਂ ਹੀ ਰੱਖਣੀਆਂ ਹੈਗੀਆਂ ਹਨ। ਤੇ ਇਹਦੇ ਵਿੱਚ ਇਨਕਲੂਡਿੰਗ ਹੈ ਬੱਚੋ ਇਨਕਲੂਡਿੰਗ ਜਿਹੜੀ SC ST ਵਿਮਨ ਹੈ ਉਹਨਾਂ ਦੀਆਂ ਇਨਕਲੂਡ ਕਰਕੇ ਰੱਖਣੀਆਂ ਆਪਾਂ 1/3 ਦੇ ਵਿੱਚ ਜੋੜਨੀਆਂ ਹੈ, ਉਹ ਜੋੜ ਕੇ ਰੱਖਣੀਆਂ, ਅਲੱਗ ਨਹੀਂ ਹੈ ਉਹਨਾਂ ਦੀਆਂ। ਦਾ ਅਮੈਂਡਮੈਂਟ ਕਿਹੜੀ ਅਮੈਂਡਮੈਂਟ ਦੇ ਤਹਿਤ ਹੋਇਆ ਬੱਚੋ? 73rd ਅਮੈਂਡਮੈਂਟ ਦੇ ਤਹਿਤ ਹੋਇਆ। ਇਹ ਪੰਚਾਇਤ ਲੈਵਲ ਤੇ ਮਤਲਬ ਇਹ ਜਿਹੜੀ ਰਿਜ਼ਰਵੇਸ਼ਨ ਹੈ ਚੱਲਦੀ ਹੈ, ਆਪਾਂ ਦੇਖਿਆ ਵੀ ਹੈਗਾ, ਪਰ MLA MP ਲੈਵਲ ਤੇ ਇਹ ਗੱਲ ਨਹੀਂ ਚੱਲਦੀ ਹੈਗੀ। ਇਹ ਪੰਚਾਇਤ ਲੈਵਲ ਤੇ ਗੱਲ ਸੈਟੀਸਫਾਈ ਹੁੰਦੀ ਹੈ। ਫॉर ਨੋਟ ਲੈਸ ਦੈਨ which acts provides for the reservation of not less than 1/3 of the total number of seats। not less than मतलब 1/3 ਤਾਂ ਕਰਨੀਆਂ ਉਸ ਤੋਂ ਜ਼ਿਆਦਾ ਵੀ ਆਪਾਂ ਕਰ ਸਕਦੇ ਹਾਂ। 63 ਨੰਬਰ ਕੁਐਸਚਨ, which constitutional body directs and controls preparation of electoral rolls and conduct of all elections to ਪੰਚਾਇਤ? ਕਿਹੜੀ constitutional body ਹੈ ਜਿਹੜੇ ਪੰਚਾਇਤ ਦੇ ਸਾਰੀਆਂ ਇਲੈਕਸ਼ਨਾਂ ਦਾ ਜਿਹੜਾ ਹੈ ਜਿੰਨਾ ਵੀ ਇਲੈਕਸ਼ਨਾਂ ਦਾ ਝੰਜਟ ਇਹ ਕਹਿ ਲਓ, ਝੰਜਟ ਕਿੰਨਾ ਝੰਜਟ ਪੈਂਦਾ, ਉਹ ਝੰਜਟ ਨੂੰ ਜਿਹੜਾ ਸੰਭਾਲਦੀ ਹੈ, ਲੋਕਾਂ ਦੀ ਰੋਲਸ ਬਣਾਉਣਾ, ਵੋਟਾਂ ਪਵਾਉਣਾ, ਉਹ ਸਾਰਾ ਇਹ ਸਟੇਟ ਇਲੈਕਸ਼ਨ ਕਮਿਸ਼ਨ ਕਰਦਾ ਹੈ ਬੱਚੋ। ਇਹਦੇ 'ਚ ਸੈਂਟਰਲ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਵਾਲੀ ਜਿਹੜਾ ਯੂਨੀਅਨ ਵਾਲਾ ਉਹਦੀ ਗੱਲ ਆਪਾਂ ਨਹੀਂ ਕਰਨੀ ਹੈ। ਤੇ ਇਨਕਰੈਕਟਲੀ ਮੈਂਸ਼ਨਡ ਹੈ ਇਲੈਕਸ਼ਨ। ਦੇਖੋ ਮੈਂ ਨਾਲ ਇਹ ਵੀ ਦੱਸਦਾ ਪੇਪਰ ਵਿੱਚ ਇਹਦਾ ਉਲਟਾ ਗਲਤ ਆਪਸ਼ਨ ਬਣਾਇਆ ਗਿਆ ਸੀਗਾ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਲਿਖਿਆ ਹੋਇਆ ਸੀ ਕਿ ਨਹੀਂ ਜੀ ਨਹੀਂ, ਇਹ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੁੰਦਾ। ਪੰਚਾਇਤਾਂ ਵਾਲਾ ਜਿਹੜਾ ਕੰਮ ਹੁੰਦਾ ਉਹ ਸੈਂਟਰ ਵਾਲੀ ਜਿਹੜਾ ਯੂਨੀਅਨ ਹੈ ਜਿਹਨੂੰ ਆਪਾਂ ਸਿੰਪਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਹਿੰਦੇ ਨੇ ਉਹਦਾ ਕੰਮ ਨਹੀਂ ਹੈ। 64 ਨੰਬਰ ਸਵਾਲ, ਹੂ ਇਜ਼ ਦਾ ਚੇਅਰਮੈਨ ਆਫ ਇੰਟਰਸਟੇਟ ਕਾਉਂਸਲ? ਇੰਟਰਸਟੇਟ ਕਾਉਂਸਲ ਬੜਾ ਜ਼ਰੂਰੀ ਹੈ, ਮੇਨਸ ਵਿੱਚ ਵੀ ਇਹਦੇ ਰਿਗਾਰਡਿੰਗ ਇਹਦੇ ਕੀ ਇਹਦੇ ਇੰਟਰਸਟੇਟ ਕਾਉਂਸਲ ਕਿਉਂ ਬਣਾਈ ਜਾਂਦੀ ਹੈ, ਇਹਦੀ ਕੀ ਕਰੈਕਟਰਿਸਟਿਕਸ ਹਨ, ਇਹਦਾ ਕੁਐਸਚਨ ਆਉਂਦਾ ਰਹਿੰਦਾ। ਇੰਟਰਸਟੇਟ ਕਾਉਂਸਲ ਇਜ਼ ਅ ਵੈਰੀ ਇੰਪੋਰਟੈਂਟ ਪਾਰਟ। ਫੈਡਰਲ ਸਟਰਕਚਰ ਆਪਣੇ ਦੇਸ਼ ਵਿੱਚ ਇੰਟਰਸਟੇਟ ਕਾਉਂਸਲ ਦਾ ਬਹੁਤ ਵੱਡਾ ਰੋਲ ਵੀ ਹੁੰਦਾ ਹੈ। ਪ੍ਰਾਈਮ ਮਿਨਿਸਟਰ ਹੈ ਜਿਹੜੇ ਆਪਣੇ ਦੇਸ਼ ਦੇ, ਜਿਵੇਂ ਹੁਣ ਸਾਡੇ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਹਨ, ਉਹ ਇੰਟਰਸਟੇਟ ਦਾ ਇਹਦੇ ਚੇਅਰਮੈਨ ਹਨ। ਨੈਕਸਟ ਅੱਗੇ 65ਵਾਂ ਸਵਾਲ ਆ ਗਿਆ ਜੀ ਆਪਣਾ, ਦਾ ਵਰਡ ਬਿਊਰੋਕ੍ਰੇਸੀ ਵਾਸ ਫਸਟ ਕੁਆਇਨਡ ਬਾਏ? ਇਹ ਵਰਡ ਕਿਹਨੇ ਦਿੱਤਾ ਸੀਗਾ ਬੱਚੋ? ਇਹ ਪੋਲੀਟੀਕਲ ਥਿਊਰੀ ਦਾ ਕੁਐਸਚਨ ਹੈ। ਪੋਲੀਟੀਕਲ ਥਿਊਰੀ ਬਹੁਤ ਤੰਗ ਕਰਦੀ ਹੈ ਪੇਪਰ ਵਿੱਚ, ਮੈਨੂੰ ਪਤਾ ਹੈ। ਪੋਲੀਟੀਕਲ ਥਿਊਰੀ ਕਿਉਂਕਿ ਆਪਾਂ ਪੋਲਿਟੀ ਤਾਂ ਪੜ੍ਹ ਲੈਂਦੇ ਹਾਂ ਬੱਚੋ, ਲੇਕਿਨ ਪੋਲੀਟੀਕਲ ਥਿਊਰੀ ਹੈ ਜਿਹੜੀ 12th ਵਿੱਚ ਉਹ ਅਲੱਗ ਚੀਜ਼ ਹੈ ਕਿ ਇਹ ਪੋਲਿਟੀ ਜਿਹੜੀ ਡਿਵੈਲਪ ਹੋਈ ਹੈ ਕਿਵੇਂ ਡਿਵੈਲਪ ਹੋਈ ਹੈ। ਇਹਦੀ ਇੱਕ NCERT ਵੀ ਆਉਂਦੀ ਹੈ ਪੋਲੀਟੀਕਲ ਥਿਊਰੀ ਦੇ, ਉਹਦੇ ਚੋਂ ਕੁਐਸਚਨ ਇਹ ਕੱਢੇ ਜਾਂਦੇ ਆ। ਕੁਐਸਚਨ ਨੂੰ ਮਾਰਕ ਕਰਨਾ ਬਹੁਤ ਮੁਸ਼ਕਿਲ ਜਿਹਾ ਰਹਿੰਦਾ ਕਿਉਂਕਿ ਕਾਫੀ ਰੱਟੇ ਜਿਹੇ ਵਾਲੇ ਸਵਾਲ ਹੁੰਦੇ ਆ ਇਹ। ਤਾਂ ਇਹ ਆਨਸਰ ਮੈਂ ਤੁਹਾਨੂੰ ਦੱਸਿਆ, ਬਿਊਰੋਕ੍ਰੇਸੀ ਜਿਹੜਾ ਵਰਡ ਹੈ ਬੱਚੇ ਵਿੰਸੈਂਟ ਡੇ ਗੋਰਨੇ,
ਇਹਨਾਂ ਨੇ ਇਹ ਸਵਾਲ ਪਹਿਲੀ ਵਾਰ ਕੁਆਇਨ ਕੀਤਾ ਸੀਗਾ, ਇਹ ਪਹਿਲੀ ਵਾਰ ਵਰਡ ਦਿੱਤਾ ਸੀਗਾ। 66ਵਾਂ ਬੱਚੋ 66ਵਾਂ ਸਵਾਲ, 66ਵਾਂ ਸਵਾਲ, ਵਿਚ ਆਫ ਦਾ ਫੋਲੋਇੰਗ ਰਿਜ਼ਲਟਡ ਫਰੋਮ ਬ੍ਰਿਟਨ ਵੁਡਸ ਕਾਨਫਰੰਸ। ਇੱਕ ਬ੍ਰਿਟਨ ਵੁਡ ਚ ਨਾ ਇੱਕ ਕਾਨਫਰੰਸ ਹੋਈ ਸੀਗੀ, ਉਸ ਕਾਨਫਰੰਸ ਤੋਂ ਬਾਅਦ ਕੁਝ ਆਰਗੇਨਾਈਜੇਸ਼ਨਾਂ ਬਣਾਈਆਂ ਗਈਆਂ ਸਨ। ਉਹ ਕਿਹੜੀਆਂ ਸੀਗੀਆਂ ਬੱਚੋ? ਇੱਕ ਤਾਂ ਵਰਲਡ ਬੈਂਕ, ਇੱਕ IMF ਇੰਟਰਨੈਸ਼ਨਲ ਮੋਨੀਟਰੀ ਫੰਡ ਹੈ ਜਿਹੜੀ, ਉਹ ਬ੍ਰਿਟਨ ਵੁਡਸ ਦੀ ਕਾਨਫਰੰਸ ਤੋਂ ਬਾਅਦ ਬਣਾਏ ਗਏ ਸੀਗੇ ਕਿ ਆਪਾਂ ਨੂੰ ਇਹ ਦੁਨੀਆ ਵਿੱਚ ਇਹਨਾਂ ਦੀ ਲੋੜ ਪਊਗੀ। ਤੇ ਇਹ ਦੋ ਜਿਹੜੀਆਂ ਆਰਗੇਨਾਈਜੇਸ਼ਨਾਂ ਦਾ ਜਿਹੜਾ ਜਾਮਾ ਹੈ, ਜੰਮੀਆਂ ਕਿੱਥੋਂ ਹੈ ਇਹ? ਬ੍ਰਿਟਨ ਵੁਡਸ ਕਾਨਫਰੰਸ ਤੋਂ ਬਾਅਦ। 67ਵਾਂ ਸਵਾਲ ਬੱਚੋ 67ਵਾਂ, celebrating its 50 years the Booker's Prize declares its best of man Booker's Prize on 7th July 2018 which book won this prize। ਦੇਖੋ ਬਈ 50 ਸਾਲ ਹੋ ਗਏ ਬੁਕਰਸ ਪ੍ਰਾਈਜ਼ ਇੱਕ ਬਹੁਤ ਹੀ ਸ਼ਾਨਦਾਰ ਕਿਤਾਬਾਂ ਜਿਹੜੇ ਲਿਖਦੇ ਆ ਉਹਨਾਂ ਨੂੰ ਮਿਲਦਾ, ਆਪਾਂ ਸੁਣਦੇ ਰਹਿੰਦੇ ਹਾਂ ਹਰੇਕ ਸਾਲ ਬੁਕਰਸ ਪ੍ਰਾਈਜ਼ ਹੈ, ਇੰਡੀਆ ਦੀਆਂ ਵੀ ਕੁਝ ਬੁੱਕਸ ਨੂੰ ਮਿਲਿਆ ਹੋਇਆ ਹੈ। ਤੇ ਜਦ ਇਹ ਪੇਪਰ ਜਦ 2018 ਦਾ ਹੋਇਆ ਸੀ ਤਾਂ ਕਰੰਟ ਦਾ ਸਵਾਲ ਬਣਦਾ ਸੀਗਾ ਤੇ ਉਸ ਹਿਸਾਬ ਨਾਲ ਇਹਨਾਂ ਨੇ ਪੁੱਛਿਆ ਸੀਗਾ ਵੀ ਕਿਹੜੀ ਬੁੱਕ ਨੂੰ ਹੈ ਜਿਹੜਾ ਦਾ ਬੈਸਟ ਆਫ ਮੈਨ ਬੁਕਰਸ ਪ੍ਰਾਈਜ਼ ਜਿਹੜਾ ਦਿੱਤਾ ਗਿਆ, ਸੈਲੀਬ੍ਰੇਟਿੰਗ 50 ਇਅਰਸ ਬੁਕਰਸ ਪ੍ਰਾਈਜ਼ ਡਿਕਲੇਅਰਡ ਇਟਸ ਬੈਸਟ ਆਫ ਮੈਨ ਬੁਕਰਸ ਪ੍ਰਾਈਜ਼। 50ਵੇਂ ਇੱਕ ਤੁਸੀਂ ਕਹਿ ਦਿਓ 50 ਸਾਲ ਦੀ ਸੈਲੀਬ੍ਰੇਸ਼ਨ ਇਹਨਾਂ ਨੇ ਕੀਤੀ ਸੀ ਇਸ ਪ੍ਰਾਈਜ਼ ਨੂੰ, ਚੱਲੇ ਹੋਏ 50 ਸਾਲ ਹੋ ਗਏ ਸਨ, ਤੇ ਕਿਹੜੀ ਕਿਤਾਬ ਨੂੰ ਉਹਦੇ ਚ ਬੈਸਟ ਬੁੱਕ ਦਾ ਦਰਜਾ ਦਿੱਤਾ ਗਿਆ? ਤੇ ਇਹ ਬੱਚੋ ਬੁੱਕ ਜਿਹੜੀ ਬਣਦੀ ਹੈ ਸਾਡੀ ਹੈ ਦਾ ਇੰਗਲਿਸ਼ ਪੇਸ਼ੈਂਟ। ਠੀਕ ਹੈ ਜੀ। ਅਗਲਾ, what are the sufficient ground for conveying a joint sitting for both houses of parliament। ਕਈ ਵਾਰ ਕੀ ਹੁੰਦਾ ਦੋਨੇ ਹਾਊਸਸ ਆਫ ਪਾਰਲੀਮੈਂਟ ਦੇ ਵਿੱਚ ਨਾ ਕਿਸੇ ਪ੍ਰਕਾਰ ਦਾ ਕੋਈ ਕਿਸੇ ਇੱਕ ਪਲੇਟਫਾਰਮ ਤੇ ਨਹੀਂ ਆ ਰਹੇ ਹੁੰਦੇ, ਆਪਸ ਵਿੱਚ ਤਾਲਮੇਲ ਨਹੀਂ ਬੈਠ ਰਿਹਾ ਹੁੰਦਾ, ਇੱਕ ਹਾਊਸ ਨੇ ਕੋਈ ਬਿੱਲ ਪਾਸ ਕਰਤਾ ਤਾਂ ਦੂਸਰਾ ਹਾਊਸ ਉਹ ਬਿੱਲ ਨਹੀਂ ਪਾਸ ਕਰਦਾ ਪਿਆ, ਤਾਂ ਇਹਦੇ ਵਿੱਚ ਨਾ ਕਈ ਵਾਰ ਉਹਨਾਂ ਦੀ ਜੁਆਇੰਟ ਸਿਟਿੰਗ ਬੁਲਾ ਲਿੱਤੀ ਜਾਂਦੀ ਹੈ। ਤੇ ਕਿਹੜੀਆਂ ਬੱਚੋ ਦੀ ਕੰਡੀਸ਼ਨਾਂ ਹੁੰਦੀਆਂ? ਠੀਕ ਹੈ, ਤਾਂ ਕੰਡੀਸ਼ਨ ਨੰਬਰ 1 ਮੈਂ ਇੱਥੇ ਤੁਹਾਨੂੰ ਦੱਸਿਆ, ਰਿਜੈਕਸ਼ਨ ਆਫ ਦਾ ਬਿੱਲ ਬਾय ਵਨ ਹਾਊਸ ਆਫ ਦਾ ਪਾਰਲੀਮੈਂਟ ਵੈਨ ਦਾ ਅਦਰ ਹਾਊਸ ਹੈਜ਼ ਪਾਸਡ ਇਟ। ਤਾਂ ਇਹਦੇ ਵਿੱਚ ਹੋ ਸਕਦਾ ਹੈ ਕਿ ਬਾਈ ਇਕੱਠੇ ਹੋ ਜਾਓ, ਇਕੱਠੇ ਹੋ ਕੇ ਸੋਚੋ, ਇੱਕ ਹਾਊਸ ਕਹਿੰਦਾ ਬਣਾ ਦਿਓ, ਦੂਜਾ ਕਹਿੰਦਾ ਨਹੀਂ ਬਜਾਓ। both houses have finally disagreed as to the amendments to be made in a bill। ਜਿਹੜੇ ਦੋਨੇ ਹਾਊਸਸ ਹੈ ਉਹ ਅਮੈਂਡਮੈਂਟਸ ਜਾਂ ਸੁਜੈਸਟ ਹੁੰਦੀਆਂ, ਕੋਈ ਬਿੱਲ ਪਹਿਲਾਂ ਆਉਂਦਾ ਉਹਦੇ ਚ ਅਮੈਂਡਮੈਂਟ ਸੁਜੈਸਟ ਕਰ ਦਿੱਤੀਆਂ ਜਾਂਦੇ, ਤੇ ਜਿਹੜੇ ਦੋਨੇ ਹਾਊਸਸ ਹੈ ਉਹ ਡਿਸਐਗਰੀ ਕਰਦੇ ਆ ਵੀ ਅਸੀਂ ਇਹ ਅਮੈਂਡਮੈਂਟਾਂ ਨਹੀਂ ਮੰਨਦੇ ਜੀ। ਤਾਂ ਉਹਦੇ ਵਿੱਚ ਉਸ ਬਿੱਲ ਨੂੰ ਇੱਕ ਸਹੀ ਸ਼ੇਪ ਦੇਣ ਵਾਸਤੇ, ਉਸ ਬਿੱਲ ਨੂੰ ਇਹ ਸੋਚਣ ਵਾਸਤੇ ਕਿ ਇੱਕ ਵਧੀਆ ਨਿਯਮ ਇਹਦਾ ਲਾਅ ਬਣ ਸਕੇ, ਤਾਂ ਦੋਨੇ ਹਾਊਸਸ ਇਕੱਠੇ ਹੋ ਕੇ ਇੱਕ ਆਪਣਾ ਜੁਆਇੰਟ ਸਿਟਿੰਗ ਬੁਲਾ ਸਕਦੇ ਹਨ। ਤਾਂ ਡਿਸਐਗਰੀ ਹੋ ਜਾਣ ਦੋਨੇ, ਫਿਰ ਤੁਸੀਂ ਮੇਰੀ ਗੱਲ ਯਾਦ ਰੱਖਣੀ ਹੈ। ਅਗਲੀ ਗੱਲ, ਰਿਜੈਕਸ਼ਨ ਆਫ ਏ ਬਿੱਲ ਬਾय ਦਾ ਹਾਊਸ ਆਫ ਏ ਪਾਰਲੀਮੈਂਟ ਵੈਨ, ਇਹ ਮੈਂ ਤੁਹਾਨੂੰ ਦੱਸਦਾ ਫਸਟ ਪੁਆਇੰਟ ਕਹਿ ਰਿਹਾ ਜੀ ਮੈਂ, ਫਸਟ ਪੁਆਇੰਟ ਰਿਜੈਕਸ਼ਨ ਆਫ ਦਾ ਬਿੱਲ ਬਾय ਵਨ ਹਾਊਸ ਆਫ ਦਾ ਪਾਰਲੀਮੈਂਟ ਦੂਜਾ ਪਾਸ ਕਰ ਦੇਵੇ, ਜਾਂ ਦੋਨੇ ਦੇ ਜਿਹੜੇ ਅਮੈਂਡਮੈਂਟਸ ਹੈ ਜਿਹੜੇ ਸੁਜੈਸਟ ਕਰ ਰਹੇ ਆ ਉਹ ਫਾਈਨਲੀ ਉਹਦੇ ਤੇ ਡਿਸਐਗਰੀ ਕਰ ਜਾਣ, ਉਹ ਕਹਿਣ ਵੀ ਅਮੈਂਡਮੈਂਟ ਤਾਂ ਨਹੀਂ ਜਿੱਦਾਂ ਮੇਨ ਬਿੱਲ ਸੀਗਾ ਉਦਾਂ ਤਾਂ ਅਸੀਂ ਪਾਸ ਕਰ ਦੇਗੇ, ਅਮੈਂਡਮੈਂਟ ਨਹੀਂ ਅਸੀਂ ਮੰਨਦੇ ਹੈਗੇ। ਅਗਲੀ ਗੱਲ, ਥਰਡ ਪੁਆਇੰਟ, more than 6 months have elapsed from the date of the reception of the bill by the other house without the bill being passed। ਮਤਲਬ ਇੱਕ ਪਾਸੇ ਉਹ ਬਿੱਲ ਦੂਜੇ ਪਾਸੇ ਚਲੇ ਗਿਆ ਤਾਂ 6 ਮਹੀਨੇ ਤੋਂ ਬੱਚੋ ਉੱਥੇ ਹੀ ਪਿਆ ਬਿੱਲ, ਉਹ ਦੂਜਾ ਹਾਊਸ ਹੈ ਉਹਨੂੰ ਕੰਸੀਡਰ ਹੀ ਨਹੀਂ ਕਰ ਰਿਹਾ ਹੈਗਾ, ਉਹ ਜਿਹੜਾ ਫੰਕਸ਼ਨਿੰਗ ਹੁੰਦੀ ਹੈ ਉਹਦੀ ਆਪਣੀ ਲੋਕ ਸਭਾ ਜਾਂ ਰਾਜ ਸਭਾ ਦੀ, ਉਹਦੇ ਵਿੱਚ ਉਹਨੂੰ ਨਹੀਂ ਲੈ ਕੇ ਆਇਆ ਜਾ ਰਿਹਾ, ਇਦਾਂ ਮਤਲਬ ਉਹਨੂੰ ਸ਼ੈਲਫ 'ਚ ਲਾ ਦਿੱਤਾ ਗਿਆ ਹੈ, ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ ਹੈ। ਤਾਂ ਇਸ ਕੇਸ 'ਚ ਵੀ ਜਿਹੜਾ ਹੁੰਦਾ ਹੈ ਤਾਂ ਉਹ ਜਿਹੜਾ ਦੋਨੇ ਹਾਊਸਸ ਦਾ ਜੁਆਇੰਟ ਸਿਟਿੰਗ ਇੱਕ ਬੁਲਾਈ ਜਾ ਸਕਦੀ ਹੈ। 3 ਮਸਲੇ ਇਹ ਤੁਸੀਂ ਜਮਾ ਨਹੀਂ ਭੁੱਲਣੇ ਹੈਗੇ, ਇਹ ਬੱਚੋ ਬਹੁਤ ਹੀ ਜ਼ਰੂਰੀ ਹਨ, ਕਿਸੇ ਨਾ ਕਿਸੇ ਐਂਗਲ ਤੇ ਆਪਸ਼ਨਾਂ ਵਿੱਚੋਂ ਘੁਮਾ ਫਿਰਾ ਕੇ ਦਿੰਦਾ ਰਹੂਗਾ ਤੁਹਾਨੂੰ। 3 ਮਸਲੇ, 6 ਮਹੀਨੇ ਵਾਲਾ ਮਸਲਾ ਤੁਸੀਂ ਯਾਦ ਰੱਖਣਾ ਹੈ, ਬੋਥ ਹਾਊਸਸ ਜੇ ਡਿਸਐਗਰੀ ਕਰ ਜਾਣ, ਅਮੈਂਡਮੈਂਟਾਂ ਨੂੰ ਡਿਸਐਗਰੀ ਕਰ ਜਾਣ, ਜਾਂ ਬਿੱਲ ਇੱਕ ਹਾਊਸ ਦਾ ਪਾਸ ਹੋ ਜਾਵੇ ਤੇ ਦੂਜਾ ਹਾਊਸ ਕਹਿ ਦੇਵੇ ਜੀ ਮੈਂ ਨਹੀਂ ਮੰਨਦਾ ਤੁਹਾਡੀ ਇਹ ਗੱਲ, ਮੈਂ ਇਹਨੂੰ ਪਾਸ ਨਹੀਂ ਕਰਨਾ, ਤਾਂ ਵੀ ਬੁਲਾ ਲਿੱਤਾ ਜਾਂਦਾ। 69ਵਾਂ ਕੁਐਸਚਨ ਬੱਚੋ ਆਪਾਂ ਜਲਦੀ ਕਰਨਾ ਹੈ ਬੱਚੋ ਦਾ, ਬਿਲਕੁਲ ਵੀ ਮੈਂ ਟਾਈਮ ਨਹੀਂ ਵੇਸਟ ਕਰਨਾ ਚਾਹੁੰਦਾ, ਇੱਕ ਵਾਰ ਚ ਥਰੂ ਹੋ ਜਾਵੇ ਗੱਲ। ਐਜ਼ ਪਰ ਦਾ ਪ੍ਰੋਵੀਜ਼ਨ ਆਫ ਦਾ ਕੰਸਟੀਟਿਊਸ਼ਨ ਦੇ ਪ੍ਰੋਵੀਜ਼ਨਾਂ ਦੇ ਹਿਸਾਬ ਨਾਲ ਹਾਊ ਦਾ ਕਾਉਂਸਲ ਆਫ ਮਿਨਿਸਟਰ ਇਜ਼ ਰਿਸਪੋਂਸਿਬਲ ਟੂ ਲੋਕ ਸਭਾ। ਜਿਹੜਾ ਕਾਉਂਸਲ ਆਫ ਮਿਨਿਸਟਰ ਹੈ, ਜਿਹੜਾ ਮਿਨਿਸਟਰਾਂ ਦਾ ਝੁੰਡ ਹੁੰਦਾ ਬੱਚੋ, ਉਹਨੂੰ ਆਪਾਂ ਕਾਉਂਸਲ ਆਫ ਮਿਨਿਸਟਰ ਕਹਿੰਦੇ ਆ। ਕਈ ਮੋਦੀ ਸਾਹਿਬ ਆਪਣੇ ਨਾਲ ਮਿਨਿਸਟਰ ਲਾ ਲੈਂਦੇ ਆ, ਕੋਈ ਹੋਮ ਮਿਨਿਸਟਰ ਹੁੰਦਾ ਹੈ, ਕੋਈ ਐਗਰੀਕਲਚਰ ਦਾ ਹੁੰਦਾ ਹੈ, ਇਹਨੂੰ ਆਪਾਂ ਕਾਉਂਸਲ ਆਫ ਮਿਨਿਸਟਰ ਕਹਿੰਦੇ ਆ। ਇਹ ਰਿਸਪੋਂਸਿਬਲ ਕਿਵੇਂ ਹੈ ਲੋਕ ਸਭਾ ਦੇ ਨਾਲ, ਇਹਦੀ ਕੀ ਰਿਸਪੋਂਸਿਬਿਲਿਟੀ ਹੈ, ਲੋਕ ਸਭਾ ਦੀ ਇਹਦੀ ਜਵਾਬਦੇਹੀ ਕਿੱਦਾਂ ਹੈ? ਇਹਦਾ ਆਨਸਰ ਕੀ ਹੈ? ਬੋਥ ਕਲੈਕਟਿਵਲੀ ਐਂਡ ਇੰਡੀਵਿਜੂਅਲੀ, ਇਕੱਠੇ ਆਏ ਨਹੀਂ ਕੋਈ ਕਹਿ ਸਕਦਾ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਆਪਣਾ ਕਰਤਾ ਮੈਨੂੰ ਦੂਜਿਆਂ ਦਾ ਨਹੀਂ ਪਤਾ ਹੈਗਾ, ਨਹੀਂ। ਇੱਕ ਜੇ ਕੋਈ ਮਿਨਿਸਟਰ ਜਾਂ ਕੋਈ ਬੰਦਾ ਕੁਝ ਏਦਾਂ ਦਾ ਕੋਈ ਡਿਸੀਜਨ ਲੈ ਰਿਹਾ ਆਪਣਾ ਇੰਡੀਪੈਂਡੈਂਟਲੀ ਇਕੱਲਾ ਤੁਰ ਕੇ ਨਹੀਂ ਜਾ ਸਕਦਾ ਕਿ ਮੈਨੂੰ ਨਹੀਂ ਪਤਾ ਮੈਂ ਤਾਂ ਆਪਣੀ ਮਰਜ਼ੀ ਕਰਨੀ ਹੈ। ਕਲੈਕਟਿਵਲੀ
ਜਿਹੜੇ ਹੈ ਉਹਨਾਂ ਨੇ ਤੁਰਨਾ ਹੈ। ਸਾਰਿਆਂ ਤੇ ਇਕੱਠਾ ਸਵਾਲ ਵੀ ਦਾਗਿਆ ਜਾ ਸਕਦਾ ਹੈ। 70ਵਾਂ ਸਵਾਲ ਬੱਚੋ, does censure motion must state the reason for its adoption। ਬਈ ਮੋਸ਼ਨਸ ਹੁੰਦੀਆਂ ਬਹੁਤ ਸਾਰੀਆਂ, ਜਦ ਆਪਣੀ ਕੰਸਟੀਟਿਊਸ਼ਨ ਆਪਾਂ ਪੜ੍ਹਦੇ ਹਾਂ ਉੱਥੇ ਕਈ ਟਾਈਪ ਦੀਆਂ ਮੋਸ਼ਨਸ ਆਪਾਂ ਲੈ ਕੇ ਆ ਸਕਦੇ ਹਾਂ। ਮੋਸ਼ਨ ਦਾ ਕੋਈ ਮਤਲਬ ਨਹੀਂ ਹੈ ਉੱਥੇ ਇੱਕ ਕਿਵੇਂ ਫੰਕਸ਼ਨਿੰਗ ਹੋਣੀ ਹੈ ਜਾਂ ਧਿਆਨ ਆਕਰਸ਼ਿਤ ਕਰਨਾ ਹੈ ਸਾਰੇ ਹਾਊਸ ਦਾ ਕਿਸੇ ਮਸਲੇ ਤੇ, ਉਹਦੇ ਵਾਸਤੇ ਨਾ ਮੋਸ਼ਨਸ ਹੈ। ਮੋਸ਼ਨ ਵਰਡ ਇੱਕ ਇਦਾਂ ਦੀ ਹੁੰਦੀ ਹੈ ਵੀ ਸਾਰੇ ਜਿੰਨਾ ਵੀ ਜਿਹੜਾ ਸਾਰਾ ਹਾਊਸ ਹੈ ਉਹਨੂੰ ਕਿਸੇ ਇੱਕ ਗੱਲ ਦੇ ਪ੍ਰਤੀ, ਕਿਸੇ ਬਿੱਲ ਦੇ ਪ੍ਰਤੀ ਜਾਂ ਕਿਸੇ ਇੱਕ ਇਸ਼ੂ ਦੇ ਪ੍ਰਤੀ ਉਹਨਾਂ ਦਾ ਧਿਆਨ ਆਕਰਸ਼ਿਤ ਕਰਨਾ ਉਹਦੇ ਤਰੀਕੇ ਹੁੰਦੇ ਆ। ਉਹਦੇ ਚ ਇੱਕ ਸੈਂਸ਼ੋਰ ਮੋਸ਼ਨ ਹੁੰਦੀ ਹੈ। ਮਸਟ ਸਟੇਟ ਦਾ ਰੀਜ਼ਨ ਫॉर ਇਟਸ ਅਡਾਪਸ਼ਨ। ਜਦ ਸੈਂਸ਼ੋਰ ਮੋਸ਼ਨ ਲੈ ਕੇ ਆਉਂਦੀ ਹੈ ਕਿ ਉਹਦਾ ਰੀਜ਼ਨ ਨਾਲ ਦੱਸਣਾ ਪੈਂਦਾ ਕਿ ਅਸੀਂ ਇਹ ਮੋਸ਼ਨ ਲੈ ਕੇ ਆ ਰਹੇ ਹਾਂ ਵੀ ਤੁਸੀਂ ਸਾਡੀ ਗੱਲ ਸੁਣੋ। ਹਾਂਜੀ ਬਿਲਕੁਲ ਰੀਜ਼ਨ ਨਾਲ ਦੱਸਣਾ ਪੈਂਦਾ। ਕਈ ਇਦਾਂ ਦੀਆਂ ਮੋਸ਼ਨ ਹੈ ਜਿਨ੍ਹਾਂ ਵਿੱਚ ਰੀਜ਼ਨ ਨਹੀਂ ਵੀ ਦੱਸਣਾ ਪੈਂਦਾ ਹੈਗਾ, ਉਹ ਇੱਕ ਅਲੱਗ ਮਸਲਾ ਹੈ, ਪਰ ਇਹ ਆਪਾਂ ਯਾਦ ਰੱਖਣਾ ਹੈ। ਡੂ ਦਾ ਗਰਾਊਂਡਸ ਆਫ ਨੋ ਕੌਨਫੀਡੈਂਸ ਮੋਸ਼ਨ ਮਸਟ ਬੀ ਮੈਂਸ਼ਨਡ before bringing it in the legislature। no confidence ਜਿਹੜੀ ਮੋਸ਼ਨ ਹੁੰਦੀ ਹੈ ਨਾ ਬੱਚੋ, ਉਹ ਮੂੰਹ ਆਪੋਜੀਸ਼ਨ ਦੀ ਪਾਰਟੀ ਕਈ ਵਾਰ ਲੈ ਕੇ ਆ ਜਾਂਦੀ ਹੈ ਵੀ ਬਈ ਸਾਨੂੰ ਤਾਂ ਕੌਨਫੀਡੈਂਸ ਹੈ ਨਹੀਂ ਸਰਕਾਰ ਦਾ, ਮੈਨੂੰ ਤਾਂ ਲੱਗਦਾ ਹੀ ਨਹੀਂ। ਆਪੋਜੀਸ਼ਨ ਕਹਿੰਦੇ ਵੀ ਸਰਕਾਰ ਦੇ ਨਾਲ ਬੰਦੇ MLA MP ਖੜੇ ਵੀ ਹੈ, ਤੁਸੀਂ ਦਿਖਾਓ ਵੀ ਤੁਸੀਂ ਸਰਕਾਰ ਬਣਾਉਣੇ ਯੋਗ ਵੀ ਹੋ ਕਿ ਨਹੀਂ ਹੋ। ਤਾਂ ਇਹਦੇ ਨਾਲ ਇੱਕ ਕੋਈ ਰੀਜ਼ਨ ਦੇਣਾ ਪੈਂਦਾ ਕਿ ਨਹੀਂ ਦੇਣਾ ਪੈਂਦਾ ਕਿ ਬ੍ਰਿੰਗ ਇਟ ਮਸਟ ਬੀ ਮੈਂਸ਼ਨਡ। ਗਰਾਊਂਡ ਕੋਈ ਦੱਸਣਾ, ਗਰਾਊਂਡ ਦੱਸਣ ਦਾ ਮਤਲਬ ਇਹ ਹੈ ਕਿ ਕਿਆ ਕੋਈ ਨਾਲ ਦੱਸਣੀ ਪੈਂਦੀ ਹੈ ਵੀ ਚੀਜ਼ ਬਈ ਸਾਨੂੰ ਏਦਾਂ ਕਿਉਂ ਲੱਗ ਰਿਹਾ। ਨਹੀਂ ਜੀ ਨਹੀਂ ਦੱਸਣੀ ਪੈਂਦੀ। ਦੇਖਿਆ ਪਿਛਲੇ ਵਾਲੇ ਵਿੱਚ ਦੱਸਣਾ ਪੈਂਦਾ ਕਾਰਨ, ਇਹਦੇ ਵਿੱਚ ਕੋਈ ਗਰਾਊਂਡ ਨਹੀਂ ਦੱਸਣਾ ਪੈਂਦਾ। 72ਵਾਂ ਸਵਾਲ, what happens if a no confidence motion is passed by ਲੋਕ ਸਭਾ। ਕਿੱਡੀ ਬੜੀ ਗੱਲ ਹੈ। the council of minister is bound to resign। ਜੀ ਸਰਕਾਰ ਡਿੱਗ ਜਾਂਦੀ ਹੈ, ਕਾਉਂਸਲ ਆਫ ਮਿਨਿਸਟਰ ਗਈ, ਸਰਕਾਰ ਗਈ, ਠੀਕ ਹੈ ਜੀ। ਜੇ ਨੋ ਕੌਨਫੀਡੈਂਸ ਮੋਸ਼ਨ ਪਾਸ ਹੋ ਜਾਵੇ ਨਾ ਵੀ ਸਾਨੂੰ ਤਾਂ ਕੌਨਫੀਡੈਂਸ ਨਹੀਂ, ਤੁਹਾਡੇ ਨਾਲ ਤਾਂ ਬੰਦੇ ਹੀ ਨਹੀਂ ਹੈਗੇ, ਫਿਰ ਜਿਹੜੇ ਸਪੀਕਰ ਸਾਹਿਬ ਆ ਉਹ ਕਹਿੰਦੇ ਵੀ ਚਲੋ ਜੀ ਚਲੋ VOTING ਪਾ ਕੇ ਦੇਖੀਏ ਆਪਾਂ ਬੰਦੇ ਹੈਗੇ ਵੀ ਆ ਕਿ ਨਾਲ। ਜੇ ਸੱਚੀ ਉਹ ਆਏ ਹੋ ਜਾਵੇ ਨਾ ਕਿ ਨਾਲ ਬੰਦੇ ਹੋਣ ਹੀ ਨਾ, ਤਾਂ ਇਸ ਕੇਸ ਦੇ ਵਿੱਚ ਬੱਚੋ ਫਿਰ ਸਰਕਾਰ ਕੀ ਹੁੰਦੀ ਹੈ ਸਾਡੀ, ਡਿੱਗ ਜਾਂਦੀ ਹੈ। ਉਸ ਤੋਂ ਬਾਅਦ ਅਗਲਾ ਸਵਾਲ ਬੱਚੋ, ਅਗਲਾ ਸਵਾਲ, ਸਰਕਾਰ ਡਿੱਗਣ ਦਾ ਇਹੀ ਮਤਲਬ ਹੈ ਕਾਉਂਸਲ ਆਫ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਪੈਂਦਾ ਹੈ। ਓਕੇ, ਉਸ ਤੋਂ ਬਾਅਦ in the first financial year of GST regime in the country concluded recently list the following states in the descending order of per capita revenue। per capita revenue in the first financial year of GST regime GST ਪਹਿਲੀ ਵਾਰ ਜਦ ਲੱਗਿਆ in country ਵਿੱਚ concluded recently list the following state in descending order of per capita revenue। ਇੱਕ ਬੰਦੇ ਪਿੱਛੇ ਕਿੰਨਾ ਰੈਵਨਿਊ ਕਲੈਕਟ ਹੋਇਆ ਹੈ, ਇਹ 4 ਸਟੇਟਾਂ ਦਿੱਤੀਆਂ ਗਈਆਂ ਸੀ। ਇਹ ਬਹੁਤ ਹੀ ਜ਼ਿਆਦਾ ਇੱਕ ਫੈਕਚੁਅਲ ਸਵਾਲ ਹੋ ਚੁੱਕਿਆ ਬੱਚੋ, ਇੰਨਾ ਜ਼ਿਆਦਾ ਕਰਨਾ ਮਤਲਬ ਮੈਨੂੰ ਇਹ ਬਹੁਤ, ਕਿਉਂਕਿ GST ਉਸ ਟਾਈਮ ਤੇ ਨਵਾਂ ਤਾਜ਼ਾ ਲੱਗਿਆ ਸੀਗਾ ਤਾਂ ਕਈ ਬੱਚਿਆਂ ਨੇ ਪੜ੍ਹ ਵੀ ਲਿਆ ਹੋਣਾ, ਬਟ ਤੁਸੀਂ ਇਹ ਹਿਸਾਬ ਲਾ ਸਕਦੇ ਹੋ ਵੀ ਦੇਖੋ ਇਸ ਤਰੀਕੇ ਦੇ ਵੀ ਕੁਐਸਚਨ ਪੁੱਛੇ ਜਾ ਸਕਦੇ ਹਨ। ਇਹ 4 ਸਟੇਟਾਂ ਚੋਂ ਰੈਵਨਿਊ ਇਕੱਠਾ ਹੋਇਆ, GST ਇਕੱਠਾ ਹੋਇਆ ਬੱਚੋ, ਟੈਕਸ ਇਕੱਠਾ ਹੋਇਆ, ਪਰ ਬੰਦਾ ਟੈਕਸ ਇਹਨਾਂ ਨੇ ਕਿਹਾ ਸਾਨੂੰ ਡਿਸੈਂਡਿੰਗ ਆਰਡਰ, ਸਭ ਤੋਂ ਜ਼ਿਆਦਾ ਤੋਂ ਥੱਲੇ ਵੱਲ ਜਾਣਾ। ਕਿਹੜੇ ਸਟੇਟ 'ਚ ਸਭ ਤੋਂ ਜ਼ਿਆਦਾ, 1 2 3 4 ਚੋਂ ਕਿਹੜੇ ਸਟੇਟ 'ਚ ਸਭ ਤੋਂ ਘੱਟ, ਜ਼ਿਆਦਾ ਤੋਂ ਘੱਟ ਵਾਦੇ ਸਜਾਣੇ ਹੈ। ਇਹਦਾ ਆਨਸਰ ਹੈ ਬੱਚੋ 2 1 3 4। 2 ਮਤਲਬ ਹਰਿਆਣੇ ਚੋਂ, ਉਸ ਤੋਂ ਬਾਅਦ ਮਹਾਰਾਸ਼ਟਰ ਚੋਂ, ਉਸ ਤੋਂ ਬਾਅਦ ਪੰਜਾਬ ਚੋਂ, ਉਸ ਤੋਂ ਬਾਅਦ ਕਰਨਾਟਕਾ ਚੋਂ। 2 1 3 4। ਪਹਿਲਾ ਬੱਚੋ ਹਰਿਆਣਾ, 2 ਨੰਬਰ 1 ਮਹਾਰਾਸ਼ਟਰ, ਉਸ ਤੋਂ ਬਾਅਦ ਪੰਜਾਬ, ਹਰਿਆਣਾ, ਮਹਾਰਾਸ਼ਟਰ, ਪੰਜਾਬ, ਫਿਰ ਕਰਨਾਟਕਾ। ਅਗਲਾ ਕੁਐਸਚਨ ਬੱਚੋ 74ਵਾਂ ਕੁਐਸਚਨ ਤੇ ਆਪਾਂ ਪਹੁੰਚ ਚੁੱਕੇ ਹਾਂ, ਫਟਾਫਟ ਅੱਗੇ ਵਧ ਰਹੇ ਹਾਂ ਆਪਾਂ। ਦਾ ਗਵਰਨਮੈਂਟ ਹੈਜ਼ ਪਾਵਰ ਅੰਡਰ ਦਾ ਐਸੈਂਸ਼ੀਅਲ ਕਮੋਡਿਟੀ ਐਕਟ 1955 ਟੂ ਡਿਕਲੇਅਰ ਏ ਕਮੋਡਿਟੀ ਐਜ਼ ਏ ਐਸੈਂਸ਼ੀਅਲ ਕਮੋਡਿਟੀ to ensure its availability to people at fair price। the commodity covered under the article include। ਬੱਚੋ ਇੱਕ ਹੈ ਗਵਰਨਮੈਂਟ ਕੋਲ ਇੱਕ ਪਾਵਰ ਹੈ ਐਸੈਂਸ਼ੀਅਲ ਕਮੋਡਿਟੀ ਐਕਟ। ਕਮੋਡਿਟੀ ਦਾ ਮਤਲਬ ਹੁੰਦਾ ਚੀਜ਼ਾਂ, ਸਮਾਨ। ਅਸੈਂਸ਼ੀਅਲ ਕਮੋਡਿਟੀ ਐਕਟ ਦੇ ਤਹਿਤ 1955 ਵਿੱਚ ਬਣਿਆ ਸੀਗਾ। ਕਿਸੇ ਵੀ ਕਮੋਡਿਟੀ ਜਾਂ ਕਿਸੇ ਵੀ ਚੀਜ਼ ਨੂੰ ਅਸੈਂਸ਼ੀਅਲ ਕਮੋਡਿਟੀ ਜਦੋਂ ਡਿਕਲੇਅਰ ਹੋ ਜਾਂਦੀ ਹੈ, ਡਿਕਲੇਅਰ ਕਰ ਸਕਦੀ ਹੈ ਉਹ ਅਸੈਂਸ਼ੀਅਲ ਕਮੋਡਿਟੀ, ਮਤਲਬ ਜ਼ਰੂਰੀ ਸਮਾਨ ਉਹਨੂੰ ਡਿਕਲੇਅਰ ਕੀਤਾ ਜਾ ਸਕਦਾ ਹੈ। ਤਾਂ ਜ਼ਰੂਰੀ ਸਮਾਨ ਜਦੋਂ ਡਿਕਲੇਅਰ ਕੀਤਾ ਹੁੰਦਾ ਹੈ ਤਾਂ ਕਿ ਉਹਦੀ ਅਵੇਲੇਬਿਲਟੀ ਲੋਕਾਂ ਕੋਲ ਰਵੇ ਇੱਕ ਫੇਅਰ ਪ੍ਰਾਈਸ ਤੇ, ਸਹੀ ਇਹੋ ਜਿਹੇ ਦਾਮ ਤੇ ਵੀ ਲੋਕ ਉਹ ਦਾਮ ਹੈ ਜਿਹੜੇ ਇਸ ਦੇਸ਼ ਦੀ ਆਵਾਮ ਹੈ ਉਹ ਉਸ ਦਾਮ ਨੂੰ ਦੇ ਸਕੇ। ਇਦਾਂ ਨਹੀਂ ਹੈ ਕਿ ਬਹੁਤ ਮਹਿੰਗਾ ਹੋ ਜਾਵੇ ਤੇ ਲੋਕਾਂ ਦੇ ਹੱਥੋਂ ਹੀ ਚੀਜ਼ਾਂ ਬਾਹਰ ਜਾਣ ਲੱਗ ਜਾਣ। ਦਾ ਕਮੋਡਿਟੀ ਕਵਰਡ ਦਾ ਅੰਡਰ ਦਾ ਐਕਟ, ਕਿਹੜੀਆਂ ਕਮੋਡਿਟੀ, ਕਿਹੜੇ ਸਮਾਨ ਹੈ ਜਿਹੜੇ ਇਸ ਅਸੈਂਸ਼ੀਅਲ ਕਮੋਡਿਟੀ ਐਕਟ 1955 ਦੇ ਅੰਡਰ ਕਵਰਡ ਹਨ। ਕਿਹੜੇ ਸਮਾਨਾਂ ਨੂੰ ਲੈ ਕੇ ਇਹ ਐਕਟ ਲੱਗ ਸਕਦਾ ਹੈ ਤੇ ਇਹ ਐਕਟ ਕਹਿ ਸਕਦਾ ਹੈ ਭਾਈ ਵੀ ਇਹ ਸਮਾਨਾਂ ਨੂੰ, ਇਸ ਚੀਜ਼ਾਂ ਦੇ ਜਿਹੜੇ ਪ੍ਰਾਈਸਿਸ ਹੈ ਉਹਨਾਂ ਨੂੰ ਫੇਅਰ ਰੱਖਿਆ ਜਾਵੇ, ਉਹਨਾਂ ਨੂੰ ਬੈਲੈਂਸਡ ਰੱਖਿਆ ਜਾਵੇ, ਜਿੰਨਾ ਦਾ ਬਹੁਤ ਜ਼ਿਆਦਾ ਮਾਰਜਿਨ ਦੇ ਕੇ ਮਹਿੰਗਾ ਨਾ ਕੀਤਾ ਜਾਵੇ। ਦੇਖੋ ਜੀ ਉਹਦੇ ਚ ਕਿਹੜੇ ਆਉਂਦੇ ਆ, ਪੇਪਰ ਆਉਂਦਾ ਬੱਚੋ, ਠੀਕ ਹੈ ਨਾ,
ਹਾਂ ਉਹ ਤੋਂ ਬਾਅਦ ਹੈਂਕ ਯਾਨ ਆਂਦਾ ਹੈ, ਮੇਡ ਹੋਲੀ ਫਰੋਮ ਦਾ ਕਾਟਨ। ਯਾਨ ਦਾ ਮਤਲਬ ਧਾਗਾ ਹੁੰਦਾ ਹੈ ਬੱਚੋ, ਇਹ ਹੈਂਕ ਯਾਨ ਹੈ, ਕਾਟਨ ਤੋਂ ਬਣਦਾ ਹੈ। ਫਰਟੀਲਾਈਜ਼ਰਸ ਹੈ, ਜਿਹੜੀ ਖਾਦਾਂ ਹੈ ਆਪਣੀਆਂ। ਪੈਟਰੋਲੀਅਮ ਦੇ ਪ੍ਰੋਡਕਟਸ ਹੈ, ਐਸੈਂਸ਼ੀਅਲ ਕਮੋਡਿਟੀ। ਕਾਟਨਸ ਐਂਡ ਜੂਟ ਸੀਡਸ, ਇਹ ਐਸੈਂਸ਼ੀਅਲ ਕਮੋਡਿਟੀ ਦੇ ਵਿੱਚ ਕਵਰਡ ਹੁੰਦੇ ਹਨ। ਇਹ ਪੇਪਰ ਵਿੱਚ ਆਪਸ਼ਨ ਦਿੱਤੇ ਗਏ ਸੀ, ਉਹਨਾਂ 'ਚ ਇਹ ਕਰੈਕਟ ਆਪਸ਼ਨ ਸੀਗੇ। ਇਹਨਾਂ ਨੂੰ ਆਪਾਂ ਬਿਲਕੁਲ ਵੀ ਭੁੱਲਣਾ ਨਹੀਂ ਆ। ਪੇਪਰ ਆਪਾਂ ਦੇਖ ਸਕਦੇ ਹਾਂ, ਫਰਟੀਲਾਈਜ਼ਰ ਹੈ ਤੇ ਧਾਗੇ ਆ ਕਾਟਨ ਦੇ, ਪੈਟਰੋਲੀਅਮ ਹੈ ਤੇ ਉਸ ਤੋਂ ਬਾਅਦ ਕਾਟਨ ਤੇ ਜੂਟ ਦੇ ਜਿਹੜੇ ਸੀਡਸ ਹਨ। ਅਗਲਾ ਕੁਐਸਚਨ ਬੱਚੋ, ਵਾਟ ਇਜ਼ ਦਾ ਪਰਪਸ ਆਫ ਅ ਸਟੈਂਡ ਅਪ ਇੰਡੀਆ ਸਕੀਮ? ਦਾ ਕੀ ਪਰਪਸ ਹੈ? ਸਟੈਂਡ ਅਪ ਇੰਡੀਆ ਸਕੀਮ ਹੈ ਜਿਹੜੀ, ਇਹਦਾ ਕੀ ਪਰਪਸ ਹੈ? ਇਹ ਕੁਐਸਚਨ ਆਇਆ ਹੋਇਆ ਹੈ। ਇਟਸ ਪਰਪਸ ਇਜ਼ ਟੂ ਪ੍ਰਮੋਟ ਐਂਟਰਪ੍ਰੀਨਰਸ਼ਿਪ ਅਮੰਗ ਦਾ SC ST ਐਂਡ ਵੂਮਨ ਐਂਟਰਪ੍ਰੀਨਰਸ। ਇਹਦਾ ਮਤਲਬ ਹੋਇਆ ਬੱਚੋ, ਜਿਹੜੇ ਆਪਣੇ ਵੀਰ ਭਾਈ SC ST ਕਮਿਊਨਿਟੀ ਦੇ ਹਨ ਤੇ ਜਿਹੜੀਆਂ ਆਪਣੀਆਂ ਭੈਣਾਂ, ਇੱਕ ਔਰਤਾਂ ਜਿਹੜੀਆਂ ਵਿਮਨ ਹੈ, ਉਹਨਾਂ ਨੂੰ ਐਂਟਰਪ੍ਰੀਨਰ ਬਣਾਉਣ ਵਾਸਤੇ, ਤਾਂ ਕਿ ਉਹ ਆਪਣੇ ਕੰਮ ਖੋਲ ਸਕਣ, ਆਪਣੇ ਛੋਟੇ ਛੋਟੇ ਬਿਜ਼ਨਸ, ਨਵੇਂ ਕਿਸਮ ਦੇ ਇਨੋਵੇਟਿਵ ਬਿਜ਼ਨਸ ਹੈ, ਤਾਂ ਕਿ ਲੋਕਾਂ ਨੂੰ ਨੌਕਰੀਆਂ ਮਿਲ ਸਕਣ। ਸਟੈਂਡ ਅਪ ਆਪਾਂ ਯਾਦ ਕਰ ਸਕਦੇ ਬਈ, ਉੱਠੋ ਉੱਠੋ, ਬੈਠੇ ਨਾ ਰਹੋ ਯਾਰ, ਤੁਹਾਡੇ ਕੋਲ ਬਹੁਤ ਸ਼ਕਤੀ ਹੈ, ਤੁਸੀਂ ਖੜੇ ਹੋ ਕੇ ਕੰਮ ਕਰੋ, ਦਬਾ ਕੇ ਕੰਮ ਕਰੋ ਤੇ ਲੋਕਾਂ ਨੂੰ ਨੌਕਰੀਆਂ ਵੀ ਦਿਓ, ਆਪਣੇ ਬਿਜ਼ਨਸ ਵੀ ਲਾਓ। ਤੇ ਆਪਾਂ ਸੋਚ ਸਕਦੇ ਹਾਂ, ਕਿਉਂਕਿ ਇਹ ਆਪਾਂ ਨੂੰ ਪਤਾ ਹੈ SC ST ਕਮਿਊਨਿਟੀਜ਼ ਹੈ, ਇਹਨਾਂ ਦੇ ਜਿਹੜੇ ਆਪਣੇ ਵੀਰ ਭਾਈ ਹਨ, ਉਹਨਾਂ ਦਾ ਬਹੁਤ ਸਦੀਆਂ ਸਦੀਆਂ ਤੋਂ ਹਿਸਟੋਰੀਕਲੀ ਕਾਫੀ ਉਹਨਾਂ ਨਾਲ ਧੱਕਾ ਹੋਇਆ, ਜਿਹਦੇ ਕਰਕੇ ਉਹ ਬਹੁਤ ਪਿੱਛੇ ਰਹਿ ਗਏ ਸਮਾਜ ਵਿੱਚ। ਤੇ ਉਹਨਾਂ ਨੂੰ ਸਮਾਜ ਵਿੱਚ ਅੱਗੇ ਲਿਆਉਣ ਵਾਸਤੇ ਸਰਕਾਰ ਇੱਕ ਬਹੁਤ ਹੀ ਉਪਰਾਲੇ ਕਰ ਰਹੀ ਹੈ। ਉਹਨਾਂ ਚੋਂ ਇੱਕ ਉਪਰਾਲਾ ਹੀ ਇਹ ਸਟੈਂਡ ਅਪ ਇੰਡੀਆ ਸਕੀਮ ਹੈ। ਤੇ ਵਿਮਨ ਹੈ ਜਿਹੜੀ ਆਪਣੀਆਂ ਔਰਤਾਂ ਹਨ, ਔਰਤਾਂ ਦਾ ਵੀ ਬਹੁਤ ਹੀ ਸਦੀਆਂ ਸਦੀਆਂ ਤੋਂ ਆਪਾਂ ਪਹਿਲਾਂ ਤੋਂ ਦੇਖਦੇ ਹਾਂ ਕਿ ਔਰਤ ਦੀ ਜੀਵਨ ਔਖਾ ਰਿਹਾ ਹੈ ਤੇ ਉਹਨਾਂ ਤੇ ਬਹੁਤ ਸ਼ੋਸ਼ਣ ਵੀ ਹੋਇਆ, ਤੇ ਇਸ ਵਾਸਤੇ ਉਹਨਾਂ ਨੂੰ ਅੱਗੇ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਟ ਆਰ ਦਾ ਫੀਚਰਸ ਆਫ ਦਾ ਇਕਨੋਮਿਕ ਐਂਡ ਸਟੈਟਿਸਟੀਕਲ ਆਰਗੇਨਾਈਜੇਸ਼ਨ ਆਫ ਪੰਜਾਬ, ESO? ਇਹਦਾ ਕੀ ਫੀਚਰਸ ਹਨ? ਇਦਾਂ ਦਾ ਸਵਾਲ ਹੈ, ਕਿਉਂਕਿ ਇਹਦੇ ਪੁੱਛੇ ਗਏ ਸੀ, ਆਪਸ਼ਨ ਪੁੱਛੇ ਗਏ ਸੀ, ਉਹ ਮੈਂ ਛਾਂਟ ਕੇ ਬੱਚੋਂ ਲਾਏ ਆ। 76 ਨੰਬਰ ਕੁਐਸਚਨ ਉਰੇ ਆ ਗਿਆ ਹੈ ਤੁਹਾਡੇ ਸਾਹਮਣੇ। ਇਟ ਪ੍ਰੋਵਾਈਡਸ ਐਡਵਾਈਜ਼ਰੀ ਸਰਵਿਸਿਜ਼ ਟੂ ਦਾ ਸਟੇਟ ਗਵਰਨਮੈਂਟ ਔਨ ਇਕਨੋਮਿਕ ਮੈਟਰਸ। ਐਡਵਾਈਜ਼ ਕਰਦਾ ਹੈ ਜੀ, ਦੇਖੋ ਜੀ ਇਦਾਂ ਕਰ ਲਓ, ਦੇ ਆਪਣੇ ਸਟੇਟ ਵਿੱਚ ਬਹੁਤ ਜ਼ਿਆਦਾ ਇਕਨੋਮੀ ਥੱਲੇ ਨੂੰ ਜਾ ਰਹੀ ਹੈ, ਅਰਥ ਵਿਵਸਥਾ ਇੱਧਰ ਜਾ ਰਹੀ ਹੈ, ਉੱਧਰ ਜਾ ਰਹੀ ਹੈ, ਐਡਵਾਈਜ਼ ਕਰ ਸਕਦਾ ਹੈ। ਮੰਨਣਾ ਨਾ ਮੰਨਣਾ ਵੀਰੋ, ਉਹ ਸਰਕਾਰ ਦੀ ਗੱਲ ਹੈ। ਇਟ ਐਕਟਸ ਐਜ਼ ਏ ਨੋਡਲ ਏਜੰਸੀ ਫॉर MP ਲੈਡ। ਇੱਕ MP ਲੈਡ ਹੁੰਦਾ ਜੀ ਸਕੀਮ, ਐਂਡ ਹੈਲਪਸ ਡਿਸਟ੍ਰਿਕਟ ਪਲੈਨਿੰਗ ਕਮੇਟੀਜ਼ ਹੁੰਦੀਆਂ। MP ਲੈਡ ਫੰਡ ਹੁੰਦਾ ਹੈ। ਇਹ MP ਲੈਡ ਸ਼ਾਇਦ ਮੈਂ ਬੋਲ ਕੇ ਗਲਤ ਜਾਣਕਾਰੀ ਨਹੀਂ ਤੁਹਾਡੇ ਤੱਕ ਪਹੁੰਚਾ ਸਕਦਾ, ਫਿਰ ਵੀ ਮੈਂ ਇੱਕ ਫਿਗਰ, ਸ਼ਾਇਦ 25 ਕਰੋੜ ਰੁਪਏ ਕਰ ਦਿੱਤਾ ਗਿਆ ਇਹ ਫੰਡ। ਇਹ ਵੀ ਹਰੇਕ MP ਨੂੰ ਦਿੰਦੇ ਆ ਵੀ ਤੁਸੀਂ ਆਪਣੀ ਕਨਸਟੀਟੂਐਂਸੀ ਵਿੱਚ ਨਾ ਇਹ ਪੈਸੇ ਤੁਸੀਂ ਲਾਓ ਤੇ ਲੋਕਾਂ ਦੀ ਸਹੂਲਤ ਵਧਾਓ, ਜਾਂ ਤੁਸੀਂ ਆਪਣੇ ਹਿਸਾਬ ਨਾਲ ਲਾ ਸਕਦੇ ਹੋ ਕਿੱਥੇ ਕਿੱਥੇ, ਮਤਲਬ ਤੁਹਾਡੀ ਕਨਸਟੀਟੂਐਂਸੀ ਵਿੱਚ ਲੋਕਾਂ ਦੀ ਇੱਕ ਰਿਕੁਆਇਰਮੈਂਟ ਹੈਗੀ ਹੈ। MP ਲੈਡ ਇਹਨੂੰ ਕਹਿੰਦੇ, ਇਹ ਇਹਦੀ ਨੋਡਲ ਏਜੰਸੀ ਹੈ ਬੱਚੋ, ਠੀਕ ਹੈ। ਐਕਟਸ ਐਜ਼ ਏ ਨੋਡਲ ਏਜੰਸੀ ਫॉर दैट, ਠੀਕ ਹੈ। ਇਹ ਯਾਦ ਰੱਖਣਾ ਤੁਸੀਂ। ESO ਹੈ ਸਟੇਟ ਦੀ, ਔਰ ਇਹ ਸਟੇਟ ਦਾ ਇਹ ਬਣਿਆ ਹੋਇਆ, ਪਰ ਇਹ ਦੋ ਇਹਦੇ ਕੰਮ ਹਨ। ਇੱਕ ਜਗ੍ਹਾ ਐਡਵਾਈਜ਼ਰੀ, ਸਰਕਾਰ ਨੂੰ ਐਡਵਾਈਸ ਦੇਣਾ ਹੈ। 77 ਜਿਵੇਂ ਇਹ ਹੁਣ ਆਪਾਂ ਕਹਿ ਸਕਦੇ ਹਨ ਵੀ ਭਗਵੰਤ ਮਾਨ ਸਾਹਿਬ ਨੂੰ ਇਹ ਆਰਗੇਨਾਈਜੇਸ਼ਨ ਇੱਕ ਐਡਵਾਈਸ ਦੇ ਸਕਦੀ ਹੈ ਕਿ ਆਪਣੇ ਬੱਚਿਆਂ ਨੂੰ ਨੌਕਰੀ ਦਾ ਜਾਂ ਫਿਰ ਇਕਨੋਮੀ ਉੱਪਰ ਥੱਲੇ ਕਿੱਦਾਂ ਜਾ ਰਹੀ ਹੈ, ਤੇ ਉਹ ਅਲੱਗ ਗੱਲ ਹੈ ਕਿ ਜਿਹੜੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਉਹ ਇਹਨੂੰ ਮੰਨੇ ਨਾ ਮੰਨੇ, ਉਹਨਾਂ ਦਾ ਇੱਕ ਅਲੱਗ ਮਸਲਾ ਹੈ। ਅਗਲਾ 77 ਦਾ ਇੰਟਰਨੈਸ਼ਨਲ ਮੂਵਮੈਂਟ ਮੀ ਟੂ। ਇਹ ਤਾਂ ਆਪਾਂ ਬਹੁਤ ਪੜ੍ਹਿਆ। ਏਦਾਂ ਆਪਣੀਆਂ ਮਾਵਾਂ ਭੈਣਾਂ, ਆਪਣੀਆਂ ਬੀਬੀਆਂ ਬਹੁਤ ਅੱਗੇ ਆਈਆਂ ਸਨ, ਜਿਨ੍ਹਾਂ ਦੇ ਪ੍ਰਤੀ ਕਿਸੇ ਪ੍ਰਕਾਰ ਦੇ ਕੋਈ ਸੈਕਸ਼ੂਅਲ ਸ਼ੋਸ਼ਣ ਕੀਤੇ ਗਏ ਸਨ, ਪਰ ਉਹ ਕਿਉਂਕਿ ਇੱਕ ਸਮਾਜ ਆਪਣਾ ਇਦਾਂ ਦਾ ਹੈ ਕਿ ਉਹ ਸਮਾਜ ਇਸ ਚੀਜ਼ ਨੂੰ ਉਹਨਾਂ ਦੀ ਗੱਲ ਸੁਣਦਾ ਹੀ ਨਹੀਂ ਹੈ, ਮਤਲਬ ਉਹ ਲੁਕੀਆਂ ਰਹਿ ਜਾਂਦੀਆਂ, ਬੋਲ ਨਹੀਂ ਪਾਉਂਦੀਆਂ ਹੈਗੇ। ਤੇ ਇੱਕ ਮੀਟੂ ਮੂਵਮੈਂਟ ਆਈ ਸੀਗੀ, ਇਸ ਵਿੱਚ ਆਪਣੀਆਂ ਬਹੁਤ ਸਾਰੀਆਂ ਫੇਮਸ ਅਦਾਕਾਰਾ ਕਹਿ ਸਕਦੇ ਆ, ਕੁਝ ਫੇਮਸ ਹਾਈ ਲੈਵਲ ਦੇ ਜਿਹੜੀ ਵਿਮਨ ਐਂਟਰਪ੍ਰੀਨਰ ਨਹੀਂ, ਵਿਮਨ ਜਿਹੜੇ ਅਲੱਗ-ਅਲੱਗ ਅਹੁਦਿਆਂ ਤੇ ਹੈ, ਉਹ ਅੱਗੇ ਆ ਕੇ ਉਹਨਾਂ ਨੇ ਦੱਸਿਆ ਸੀਗਾ, ਆਪਣੇ ਇਸ ਸ਼ੋਸ਼ਣ ਨੂੰ ਲੋਕਾਂ ਮੂਹਰੇ ਰੱਖਿਆ ਸੀਗਾ। ਤੇ ਸਟਾਰਟਡ ਅਗੇਂਸਟ ਦਾ ਸੈਕਸ਼ੂਅਲ ਹਰਾਸਮੈਂਟ ਵਾਜ਼ ਪੋਪੂਲਰਾਈਜ਼ਡ ਬਾਏ। ਇਹ ਕਿਹਨੇ ਪੋਪੂਲਰਾਈਜ਼ ਕੀਤੀ ਸੀ? ਇਹ ਕਿੱਦਾਂ ਇਹਦਾ ਮੀਟੂ ਕਿਉਂ ਹੋਣ ਲੱਗ ਪਈ? ਇਹ ਸਭ ਤੋਂ ਪਹਿਲਾਂ ਬੱਚੋ ਇਹ ਕੀਤੀ ਸੀ ਅਲਾਈਸਾ ਮਿਲਾਨੋ 2017 ਵਿੱਚ। ਵਾਜ਼ ਓਰੀਜਨਲੀ started around the international movement Me Too started against sexual the popularized by, ਇਹਨਾਂ ਨੇ ਸਰ ਪੋਪੂਲਰਾਈਜ਼ ਕੀਤੀ ਸੀਗੀ ਅਲਾਈਸਾ ਮਿਲਾਨੋ ਨੇ। ਤੇ ਇਹ 2006 ਵਿੱਚ ਤਰਾਨਾ ਬੁਰਕੇ, ਇਹ ਤਰਾਨਾ ਬੁਰਕੇ ਹੈ, ਇਹਨਾਂ ਨੂੰ ਸਟਾਰਟ ਕੀਤਾ ਸੀਗਾ ਤਰਾਨਾ ਬੁਰਕੇ 2006 ਵਿੱਚ। ਕੁਐਸਚਨ ਨੰਬਰ 78, ਡੈਫਿਸਿਟ ਫਾਈਨੈਂਸਿੰਗ ਮੀਨਸ ਦਾ ਗਵਰਨਮੈਂਟ ਬੋਰੋਜ਼ ਮਨੀ ਫਰੋਮ ਦੀ। ਡੈਫਿਸਿਟ ਫਾਈਨੈਂਸਿੰਗ ਮੀਨ ਦਾ ਮਤਲਬ ਗਵਰਨਮੈਂਟ ਨਾ ਆਪਣੇ ਡੈਫਿਸਿਟ ਨੂੰ ਕੰਪਲੀਟ ਕਰਨ ਵਾਸਤੇ, ਮਤਲਬ ਗਵਰਨਮੈਂਟ ਦੇ ਖਰਚੇ ਜ਼ਿਆਦਾ ਹੈ ਤੇ ਰੈਵਨਿਊ ਘੱਟ ਹੈ, ਉਹ ਡੈਫਿਸਿਟ ਫਾਈਨੈਂਸਿੰਗ ਹੁੰਦੀ ਹੈ। ਡੈਫਿਸਿਟ ਮਤਲਬ ਗਵਰਨਮੈਂਟ ਘਾਟੇ ਚੱਲ ਰਹੀ ਹੈ, ਸਰਕਾਰ ਘਾਟੇ ਚੱਲ ਰਹੀ ਹੈ, ਉਹਨੂੰ ਫਾਈਨੈਂਸ ਕਰਦੇ ਆ। ਫਾਈਨੈਂਸ ਦਾ ਕੀ ਮਤਲਬ ਹੈ? ਉਹ ਘਾਟਾ ਪੂਰਾ ਕਰਨਾ ਬਈ, ਕਿਤੋਂ ਪੈਸੇ ਫੜਦੇ ਆ, ਕੁਝ ਵੀ ਕਰਨਾ, ਲੋਨ ਲੈਣਾ, ਕੁਝ ਵੀ ਲੈਣਾ, ਉਹਨੂੰ ਆਪਾਂ ਡੈਫਿਸਿਟ ਫਾਈਨੈਂਸਿੰਗ ਕਹਿੰਦੇ ਆ। ਤਾਂ ਮੀਨਸ ਦਾ ਗਵਰਨਮੈਂਟ ਬੋਰੋਜ਼ ਮਨੀ ਫਰੋਮ, ਗਵਰਨਮੈਂਟ ਹੈ ਜਿਹੜੀ ਕੀ ਤੋਂ ਮਨੀ ਬੋਰੋ ਕਰਦੀ ਹੈ ਬੱਚੋ? ਉਹ RBI ਤੋਂ ਮਨੀ ਬੋਰੋ ਕਰਦੀ ਹੈ ਡੈਫਿਸਿਟ ਫਾਈਨੈਂਸਿੰਗ ਦੇ ਵਿੱਚ। ਓਕੇ,
तो ये मैं ਤੁਹਾਨੂੰ ਦੱਸਦਾ है। अगला 79वां क्वेश्चन, बहुत ही थोड़े जे क्वेश्चन रह गए हैं। इज अग्नि 5 मिसाइल न्यूक्लियर कैपेबल इंटरकॉन्टिनेंटल मिसाइल? इज अग्नि 5 मिसाइल न्यू इज अग्नि 5 मिसाइल ਨਿਊਕਲੀਅਰ ਕੈਪੇਬਲ ਇੰਟਰਕੌਂਟੀਨੈਂਟਲ ਬਲਾਸਟਿਕ ਮਿਸਾਈਲ ਹੈਗੀ ਹੈ ਕਿ ਨਹੀਂ ਹੈ? ਨਿਊਕਲੀਅਰ ਦੀ ਇਹਦੀ ਕੈਪੇਬਿਲਿਟੀ ਹੈਗੀ ਹੈ ਕਿ ਨਹੀਂ ਹੈ ਬੱਚੋ? ਇਹ ਕੁਐਸਚਨ ਇਹਨਾਂ ਨੇ ਪੁੱਛਿਆ ਸੀਗਾ। ਮਿਸਾਈਲਾਂ ਦੇ ਕੁਐਸਚਨ ਵੈਸੇ ਆਉਂਦੇ ਰਹਿੰਦੇ ਆ, ਨਾਗ, ਅਗਨੀ, ਪ੍ਰਿਥਵੀ, ਇਹ ਤੁਸੀਂ ਯਾਦ ਰੱਖਣੇ ਆ। ਇਹਨਾਂ ਨੂੰ ਤੁਸੀਂ ਚਾਹੇ ਲਿਸਟਾਂ ਬਣਾ ਲਓ, ਇਹਨਾਂ ਨੂੰ ਕਿੱਦਾਂ ਵੀ ਯਾਦ ਕਰੋ, ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕੁਐਸਚਨ ਕੋਈ ਨਾ ਕੋਈ ਆ ਹੀ ਜਾਣਾ। ਹਾਂਜੀ, ਇਹ ਜਿਹੜੀ ਅਗਨੀ ਹੈ ਨਾ, ਇਹ ਇੰਟਰਕੌਂਟੀਨੈਂਟਲ ਹੈਗੀ ਹੈ। ਇਹ ਤੁਸੀਂ ਏਦਾਂ ਸੋਚ ਸਕਦੇ ਹੋ ਵੀ ਅਗਨੀ ਮਤਲਬ ਅੱਗ, ਜਦ ਇੰਟਰਕੌਂਟੀਨੈਂਟਲ ਮਤਲਬ ਜੇ ਅੱਗ ਆਪਾਂ ਇੱਕ ਪਾਸੇ ਲਾ ਲਈ ਹੈ, ਮੰਨ ਲਓ ਇੰਡੀਆ ਵਿੱਚ ਜੇ ਆਪਾਂ ਅੱਗ ਲਾ ਲਈ ਹੈ, ਦੂਸਰੇ ਕੌਂਟੀਨੈਂਟ ਦੇ ਵਿੱਚ, ਅਫਰੀਕਾ ਦੇ ਵਿੱਚ, ਅਮਰੀਕਾ ਵਿੱਚ ਵੀ ਸੇਕ ਪਹੁੰਚਦਾ ਹੈ ਜਿਹਦਾ ਪੂਰਾ ਅੱਗ ਦਾ, ਹੈ ਨਾ, ਤੇ ਮੂੰਹ ਪਰ ਭਾਫ ਵੱਜਦੀ ਹੈ। ਇਹਨੂੰ ਏਦਾਂ ਯਾਦ ਰੱਖ ਸਕਦੇ ਹੋ, ਦਿਸ ਇਜ਼ ਅ ਇੰਟਰਕੌਂਟੀਨੈਂਟਲ, ਯੈਸ ਦਿਸ ਇਜ਼ ਇੰਟਰਕੌਂਟੀਨੈਂਟਲ। ਠੀਕ ਹੈ ਜੀ। 80 ਨੰਬਰ ਸਵਾਲ ਬੱਚੋ, ਅਗਨੀ 5 ਮਿਸਾਈਲ ਹੈਜ਼ ਵਿਚ ਟਾਈਪ ਆਫ ਨੈਵੀਗੇਸ਼ਨ ਸਿਸਟਮ? ਇਹ ਖਾਸ ਉਸ ਟਾਈਮ ਤੇ ਨੈਵੀਗੇਸ਼ਨ ਸਿਸਟਮ ਇਹ ਨਿਊਜ਼ ਵਿੱਚ ਹੈ, ਇਹ ਰਿਹਾ ਹੋਣਾ ਤਾਂ ਹੀ ਹੈ ਇਹ ਬੱਚੋ, ਤਾਂ ਆਇਆ ਕੁਐਸਚਨ ਹੈ। ਰਿੰਗ ਲੇਜ਼ਰ ਜਾਇਰੋ ਬੇਸਡ ਇਨਰਸ਼ੀਅਲ ਨੈਵੀਗੇਸ਼ਨ ਸਿਸਟਮ, ਰੇਨਜ਼, ਰਿੰਨ ਦਾ ਸਾਬਣ ਹੈ, ਰਿੰਨ ਦਾ ਸਾਬਣ ਹੈ, ਜਦ ਕਿਸੇ ਪਰ ਮਿਸਾਈਲ ਗਿਰ ਦੇਵੇ ਤਾਂ ਰਿੰਨ ਦਾ ਸਾਬਣ ਮੰਗਣ ਧੋ ਕੇ ਰੱਖ ਦਿੰਦੀ ਹੈ। ठीक है जी। रिंग, लेजर, लेजर इज द कॉन्सेप्ट ऑफ फिजिक्स, जायरो अगेन फिजिक्स कॉन्सेप्ट बेस्ड इनर्शियल नैविगेशन सिस्टम। नैविगेशन इज सिंपली मीनस कि ਉਹਨੂੰ ਕਿਧਰ ਨੂੰ ਇੱਕ ਦਿਸ਼ਾ ਨੂੰ ਲਿਜਾਣ ਵਾਸਤੇ ਵਿੱਚ ਕੋਈ ਸਿਸਟਮ, ਆਟੋਮੈਟਿਕ ਸਿਸਟਮ ਵੀ ਹੋ ਸਕਦਾ ਹੈ, ਲੇਜ਼ਰ ਗਾਈਡਡ ਹੋ ਸਕਦਾ ਹੈ, ਤਾਂ ਤੁਸੀਂ ਰਿੰਗ, ਲੇਜ਼ਰ, ਜਾਇਰੋ ਬੇਸਡ ਇਨਰਸ਼ੀਅਲ ਨੈਵੀਗੇਸ਼ਨ ਸਿਸਟਮ, ਰਿੰਜ਼ ਸ਼ਾਰਟ ਫਾਰਮਸ, ਇਹਦੇ ਜ਼ਰੂਰ ਤੁਸੀਂ ਜਿਹੜੇ ਸ਼ਾਰਟ ਫਾਰਮਸ ਆਉਂਦੇ ਆ ਉਹ ਬੱਚੇ ਉਹਨਾਂ ਤੇ ਕੰਸੈਂਟਰੇਸ਼ਨ ਬਣਾ ਕੇ ਰੱਖਣੀ ਹੈ। ਇਜ਼ ਅਗਨੀ 5 ਮਿਸਾਈਲ ਆਲਸੋ ਇਕਵਿਪਡ ਵਿਦ ਮਾਈਕਰੋ ਨੈਵੀਗੇਸ਼ਨ ਸਿਸਟਮ, ਮਿਨਸ? ਕੀ ਅਗਨੀ 5 ਚ ਮਿਨਸ ਵੀ ਲੱਗਿਆ ਹੋਇਆ ਹੈਗਾ? ਅਗਲਾ ਕੁਐਸਚਨ, ਇਹ ਆਪਸ਼ਨ ਚ ਦੇਖੋ ਏਦਾਂ ਬਣਾਏ ਹੋਏ ਸੀਗੇ, ਮੈਂ ਆਪਸ਼ਨ ਨੂੰ ਛਾਂਟ ਕੇ ਤੁਹਾਡੇ ਵਾਸਤੇ ਲੈ ਕੇ ਆ। ਹਾਂਜੀ, ਜਿਵੇਂ ਉਹਦੇ ਵਿੱਚ ਰਿੰਜ਼ ਲੱਗਿਆ ਹੋਇਆ ਹੈ, ਏਦਾਂ ਹੀ ਇਹਦੇ ਵਿੱਚ ਮਿਨਸ ਵੀ ਲੱਗਿਆ ਹੋਇਆ ਹੈ। 81ਵਾਂ ਸਵਾਲ ਹੋ ਚੁੱਕਿਆ ਜੀ, 82ਵੇਂ ਸਵਾਲ ਤੇ ਮੈਂ ਪਹੁੰਚ ਗਿਆ ਹੈ। ਹੂ ਰਿਕਮੈਂਡਸ ਮਿਨੀਮਮ ਸਪੋਰਟ ਪ੍ਰਾਈਸ ਐਂਡ ਇਸ਼ੂ ਪ੍ਰਾਈਸ? ਮਿਨੀਮਮਸ ਐਮਐਸਪੀ ਦਾ ਆਪਾਂ ਦੇਖਦੇ ਆ ਕਿੰਨਾ ਕਿਸਾਨ ਦਾ ਅੰਦੋਲਨ ਚੱਲਿਆ ਆਪਣੇ ਪੰਜਾਬ ਹਰਿਆਣੇ ਤੋਂ, ਕਿੰਨੇ ਆਪਣੇ ਕਿਸਾਨ ਵੀਰ ਉਧਰ ਗਏ ਸੀਗੇ, ਐਮਐਸਪੀ ਦੀ ਉਹਨਾਂ ਨੇ ਮੰਗ ਕੀਤੀ ਸੀਗੀ। ਮਿਨੀਮਮ ਸਪੋਰਟ ਪ੍ਰਾਈਸ ਦਾ ਮਤਲਬ ਜਿੱਦਾਂ ਬੱਚੋ ਮੈਕਸਿਮਮ ਰਿਟੇਲ ਪ੍ਰਾਈਸ ਹੁੰਦਾ ਪ੍ਰੋਡਕਟਸ ਤੇ ਉਹ ਕਿਸਾਨ ਕਹਿੰਦੇ ਵੀ ਮੈਕਸਿਮਮ ਤਾਂ ਛੱਡੋ, ਸਾਨੂੰ ਘੱਟੋ ਘੱਟ ਮਿਨੀਮਮ ਤਾਂ ਦਵਾਈ ਦਿਓ ਤੁਸੀਂ, ਹੈ ਨਾ। ਇਹ ਆਪਾਂ ਦੇਖਿਆ ਸੀਗਾ ਸਾਰੀਆਂ ਗੱਲ, ਆਪਾਂ ਨੂੰ ਪਤਾ ਇਹ ਮਿਨੀਮਮ ਮਤਲਬ ਘੱਟੋ ਘੱਟ ਬਈ ਸਾਨੂੰ ਸਾਡੀ ਫਸਲ ਦਾ ਇੰਨਾ ਰੇਟ ਤਾਂ ਮਿਲੇ ਹੀ ਮਿਲੇ। ਇਹ ਕੌਣ ਰਿਕਮੈਂਡ ਕਰਦਾ ਕਿੰਨਾ ਮਿਲੇ, ਇੱਕ ਕੁਇੰਟਲ ਪਿੱਛੇ ਕਿੰਨਾ ਮਿਲੇ? ਭਾਈ ਇਹ ਹੈ ਕਮਿਸ਼ਨ ਫॉर ਐਗਰੀਕਲਚਰਲ ਕਾਸਟ ਐਂਡ ਪ੍ਰਾਈਸਿਸ। ਇਹ ਨਾ ਮਿਨਿਸਟਰੀ ਆਫ ਐਗਰੀਕਲਚਰ ਹੈ ਇੱਕ ਸੈਂਟਰ ਗਵਰਨਮੈਂਟ ਦੀ, ਉਹਦੇ ਤਹਿਤ ਇੱਕ ਥੱਲੇ ਆਰਗੇਨਾਈਜੇਸ਼ਨ ਕੰਮ ਕਰਦੀ ਹੈ, ਉਹ ਨਾ ਡਿਸਾਈਡ ਕਰਦੀ ਹੈ ਵੀ ਕਣਕ ਦਾ ਕਿੰਨਾ ਮਿਲੂਗਾ ਜਾਂ ਫਿਰ ਝੋਨੇ ਦਾ ਕਿੰਨਾ ਮਿਲੂਗਾ, ਇਹ ਉਹਦੇ ਐਮਐਸਪੀ ਡਿਸਾਈਡ ਕਰਦੀ ਹੈ ਬੱਚੋ। ਇਹ ਜਿਹੜਾ ਕੁਐਸਚਨ ਹੈ ਨਾ, ਇਹ ਮੈਂ ਕਹਿੰਦਾ ਮੈਂ ਆਪਣੇ 15 ਸਾਲ ਦੇ ਕਰੀਅਰ ਵਿੱਚ ਇੰਨੀ ਵਾਰ ਦੇਖਿਆ, ਇੰਨੀ ਇਸ ਕੁਐਸਚਨ ਨੇ ਪੰਜਾਬੀ ਚ, ਹੁਣ ਮੈਂ ਤੁਹਾਨੂੰ ਕੀ ਕਹਾਂ, ਇਹ ਇੰਨੀ ਇਹਨੇ ਨੇਰੀ ਠਾਈ ਹੈ, ਧੁੱਕੀ ਵੱਢੀ ਹੈ, ਇਹ ਕਦੀ ਕਿਸੇ ਫਾਰਮ ਚ ਕਦੀ ਕਿਸੇ ਫਾਰਮ ਚ। ਐਮਐਸਪੀ ਇੰਨਾ ਜ਼ਰੂਰੀ ਹੈ। ਆਪਣਾ ਪੰਜਾਬ ਹੈਗਾ ਵੀ ਇੱਕ ਐਗਰੀਕਲਚਰ ਸੂਬਾ ਹੈ ਬੱਚੋ, ਇਹ ਐਗਰੀਕਲਚਰ ਦੇ ਸਵਾਲਾਂ ਨੂੰ ਤਾਂ ਆਪਾਂ ਬਿਲਕੁਲ ਸੀਰੀਅਸਲੀ ਲੈਣਾ, ਜਿੱਥੇ ਵੀ ਇਹ ਭਾਵੇਂ ਨੈਸ਼ਨਲ ਦੇ ਹੋਣ ਚਾਹੇ ਸਟੇਟ ਲੈਵਲ ਦੇ ਹੋਣ। ਇੰਡੀਆ ਹੈਜ਼ ਬੀਨ ਰੀ ਇਲੈਕਟਡ ਟੂ, 83ਵਾਂ ਸਵਾਲ ਬੱਚੋ, ਇੰਡੀਆ ਹੈਜ਼ ਬੀਨ ਰੀ ਇਲੈਕਟਡ ਟੂ ਯੂਐਨ ਇਕਨੋਮਿਕ ਐਂਡ ਸੋਸ਼ਲ ਕਾਉਂਸਲ, ਇਕੋਜ਼ੋਕ। ਠੀਕ ਹੈ ਜੀ। ਰੀਸੈਂਟਲੀ ਦਿਸ ਇਜ਼ ਵਿਦ ਰਿਸਪੈਕਟ ਟੂ ਐਗਜ਼ਾਮੀਨੇਸ਼ਨ ਈਅਰ ਬੱਚੋ, ਮੈਂ ਇਹ ਲਿਖਤੀ ਹੈ ਉੱਥੇ ਗੱਲ, ਐਗਜ਼ਾਮ ਦੇ ਸਾਲ ਵਿੱਚ, ਕਿਉਂਕਿ ਜਿਹੜਾ ਯੂਐਨ ਇਕੋਜ਼ੋਕ ਆਰਗੇਨਾਈਜੇਸ਼ਨ ਹੈ ਇਹਦੇ ਵਿੱਚ ਰੋਟੇਸ਼ਨ ਚ ਮੈਂਬਰ ਸਿਲੈਕਟ ਹੁੰਦੇ ਆ, ਕੋਈ ਮੈਂਬਰ ਥੋੜੇ ਸਾਲ ਚੱਲਦਾ ਫਿਰ ਦੂਜਾ ਆ ਜਾਂਦਾ, ਇਦਾਂ ਕਰਕੇ ਹੈ ਇਹ ਕਿਉਂਕਿ ਰੀਸੈਂਟਲੀ ਲਿਖਿਆ ਆਇਆ ਸੀਗਾ, ਕਿਉਂਕਿ 2018 ਦਾ ਪੇਪਰ ਹੈ ਬੱਚੋ। ਇੰਡੀਆ ਹੈਜ਼ ਬੀਨ ਰੀ ਇਲੈਕਟਡ ਟੂ ਯੂਐਨ ਇਕਨੋਮਿਕ ਐਂਡ ਸੋਸ਼ਲ ਕਾਉਂਸਲ, ਇਕੋਜ਼ੋਕ। ਵਿਲ ਇੰਡੀਆ ਹੋਲਡ ਏ 5-year ਟਰਮ ਬਿਗਨਿੰਗ ਫਰੋਮ ਜਨਵਰੀ 1 2018? ਕੀ ਇੰਡੀਆ ਆਪਣਾ ਇਸ ਇਕੋਜ਼ੋਕ ਦੀ ਜਿਹੜੀ ਮੈਂਬਰਸ਼ਿਪ ਹੈ ਉਹ 5 ਸਾਲਾਂ ਵਾਸਤੇ ਹੋਲਡ ਕਰੂਗਾ, ਰਹੂਗਾ ਮੈਂਬਰ 1 ਜਨਵਰੀ 2018 ਤੋਂ ਸ਼ੁਰੂ ਹੋਣ ਤੋਂ ਬਾਅਦ? ਇਹ ਕੁਐਸਚਨ ਸੀਗਾ, ਉਹਨਾਂ ਨੇ ਆਪਸ਼ਨਾਂ ਚ ਬਣਾਇਆ ਹੋਇਆ ਸੀਗਾ। ਇਹਨੂੰ ਮੈਂ ਦੱਸਦਾ ਨਹੀਂ ਜੀ ਨਹੀਂ, ਉਹਨਾਂ ਨੇ ਆਪਸ਼ਨ ਹੀ ਗਲਤ ਬਣਾਈ ਹੋਈ ਸੀ। ਇਹ ਦੇਖੋ ਇੰਨੇ ਛੋਟੇ ਲੈਵਲ ਤੇ ਵੀ ਕਈ ਵਾਰ ਪਲੇ ਕਰਦੇ ਆ ਉਹ। ਨੋਟ, the elected members will serve 3-year term beginning from January 2019 ਸੀ ਬੱਚੋ, 2018 ਨਹੀਂ ਸੀ, ਨਾਲੇ ਉਹ 3 ਸਾਲ ਸੀ, ਨਾਲੇ 5 ਸਾਲ ਨਹੀਂ ਸੀਗੇ। ਦੇਖੋ ਇੱਥੇ 5 ਸਾਲ ਲਿਖਿਆ, ਐਨੇ ਛੋਟੇ ਲੈਵਲ ਤੇ ਵੀ ਗੱਲ ਉਹ ਕਈ ਵਾਰ ਕਮਾਉਂਦੇ ਹਨ, ਤੇ ਤੁਸੀਂ ਇਹਦੇ ਨਾਲ ਤੁਹਾਨੂੰ ਆਈਡੀਆ ਲੱਗ ਜੂਗਾ ਵੀ ਕੁਐਸਚਨ ਤਾਂ ਆਪਾਂ ਨੂੰ ਪਤਾ ਹੀ ਲੱਗਦੇ ਆ ਕਿਹੜੇ ਕਿਹੜੇ ਏਰੀਏ ਚ ਉਹ ਉਸ ਏਰੀਏ ਦੀ ਡੈਫਥ ਵਿੱਚ ਬੜੀ ਜਾਂਦੇ। ਤਾਂ ਹੀ ਮੈਂ ਕਹਿੰਦਾ ਵੀ ਪੁਰਾਣੇ ਕੁਐਸਚਨਾਂ ਨੂੰ ਜਮਾ ਹੀ ਰਗੜ ਜੋ, ਇਹਦੇ ਸਾਰੇ ਜਿੰਨੀ ਇਨਫੋਰਮੇਸ਼ਨ ਉਹਨੂੰ ਬਸ ਖਾ ਜੋ ਤੁਸੀਂ। ਉਹ ਤੋਂ ਬਾਅਦ ਬੱਚੋ 84ਵਾਂ ਸਵਾਲ ਦੇਖੋ ਜੀ, 84ਵਾਂ ਸਵਾਲ, ਹਾਊ ਮਚ ਸ਼ੇਅਰ ਆਫ ਟੋਟਲ ਵੋਟਸ ਇਜ਼ ਰਿਕੁਆਇਰਡ ਟੂ ਬਿਕਮ ਏ ਮੈਂਬਰ ਆਫ ਇਕੋਜ਼ੋਕ? ਇਕੋਜ਼ੋਕ ਦੇ ਮੈਂਬਰ ਬਣਨ ਵਾਸਤੇ ਕਿੰਨਾ ਵੋਟ ਸ਼ੇਅਰ ਟੋਟਲ ਦਾ ਹੋਣਾ ਚਾਹੀਦਾ ਹੈ ਕਿਸੇ ਵੀ ਮੈਂਬਰ ਕੰਟਰੀ ਕੋਲ? 2/3 ਬੱਚੋ, 2/3, 66%, 2/3।
66.66। 85वां सवाल बच्चों, 85वां सवाल, इज भारत 22 एक्सचेंज ट्रेडेड फंड की ये ETF है बच्चों। ETF ਆਪਾਂ ਪੜ੍ਹਦੇ ਇਨਵੈਸਟਮੈਂਟ ਦਾ ਇੱਕ ਸਾਧਨ ਹੈ, ਇਨਵੈਸਟਮੈਂਟ ਦੀ ਇੱਕ ਆਪਸ਼ਨ ਹੈ ਇਹ, ਠੀਕ ਹੈ ਜੀ। ETF ਮਿਊਚੁਅਲ ਫੰਡਸ ਹੁੰਦੇ ਆ, ਇਕੁਇਟੀ ਹੁੰਦੀ ਹੈ, ਆਪਣੇ FD ਹੁੰਦਾ, ਇਹ ਸਾਰੇ ਕੀ ਹੈ, ਇਹ ਇਨਵੈਸਟਮੈਂਟ ਦੇ ਤਰੀਕੇ ਹੈ। ਉਹਦੇ ਚ ETF ਐਕਸਚੇਂਜ ਟ੍ਰੇਡਡ ਫੰਡ, ਐਕਸਚੇਂਜ ਵਿੱਚ ਇੱਕ ਫੰਡਸ ਹੁੰਦੇ ਆ, ਉਹ ਟ੍ਰੇਡ ਵੀ ਹੋ ਸਕਦਾ ਹੈ। ETF ਸ਼ੇਅਰ ਵਰਗੀ ਇੱਕ ਚੀਜ਼ ਹੁੰਦੀ ਹੈ। ਤੇ ਇਹ ਕੀ ਕਹਿ ਰਿਹਾ ਕਿ ਭਾਰਤ 22 ਕੀ ਇੱਕ ETF ਹੈ? ਹਾਂਜੀ, ਇਹ ਸਾਰੇ ਇੱਕ ETF ਹੈਗਾ ਹੈ ਜੀ। ਇਹ ਪੁੱਛਿਆ ਗਿਆ ਸੀਗਾ ਉਸ ਟਾਈਮ, ਇਹ ਕਿਉਂਕਿ ਇਹ ਕਰੰਟ ਦੇ ਵਿੱਚ ਇਸ ਕੁਐਸਚਨ ਨੂੰ ਪੁੱਛਿਆ ਗਿਆ ਸੀਗਾ, ਤਾਂ ਹੀ ਮੈਂ ਤਾਂ ਕੁਐਸਚਨ ਤੁਹਾਡੇ ਸਾਹਮਣੇ ਆ ਗਿਆ ਹੈ। ਇਨਫੋਰਮੇਸ਼ਨ ਨੂੰ ਕੰਪਲੀਟਲੀ ਨਿਚੋੜਿਆ ਗਿਆ ਹੈ, ਹਰੇਕ ਐਂਗਲ ਤੋਂ ਫੜਿਆ ਗਿਆ ਹੈ, ਕੋਈ ਵੀ ਇੱਕ ਵੀ ਪੁਆਇੰਟ ਨਹੀਂ ਛੱਡਿਆ ਗਿਆ ਹੈ। ਵਾਟ ਵਾਸ ਦਾ ਏਮ ਆਫ ਭਾਰਤ 22 ਐਕਸਚੇਂਜ ਟ੍ਰੇਡਡ ਫੰਡ? ਬਾਈ ਇਹਦਾ ਕੀ ਏਮ ਸੀਗਾ ਜਿਹੜਾ ਭਾਰਤ 22 ਐਕਸਚੇਂਜ ਟ੍ਰੇਡਡ ਫੰਡ? ਤਾਂ ਹੋਰ ਵੀ ਬਥੇਰੇ ਘੁੰਮਦੇ ਫਿਰਦੇ ਆ ਟ੍ਰੇਡ ਦੇ ਉੱਤੇ, ਇਹ ਹੀ ਕਿਉਂ ਇਹਨਾਂ ਨੇ ਭਾਰਤ 22 ਕੋਈ ਸਪੈਸ਼ਲ ਐਕਸਚੇਂਜ, ਜਿਵੇਂ ਸ਼ੇਅਰ ਅਲੱਗ-ਅਲੱਗ ਹੋ ਸਕਦੇ, ਮਿਊਚੁਅਲ ਫੰਡ ਹਜ਼ਾਰਾਂ ਟਾਈਪ ਦੇ ਆ, ਕੋਈ ਸਪੈਸ਼ਲ ਮਿਊਚੁਅਲ ਫੰਡ ਚਲਾ ਦੇਵੇ ਕੋਈ ਵੀ, ਇਹਦੇ ਚ ਕੀ ਖਾਸ ਗੱਲ ਹੈ? ਇਹਦੇ ਭਾਰਤ 22 ਚ ਕੀ ਖਾਸ ਗੱਲ ਹੈ? ਇਟ ਵਾਜ਼ ਏਮਡ ਐਟ, ਕਿਹੜੀ ਚੀਜ਼ ਦੇ ਬੱਚੋਂ ਇਹਦਾ ਏਮ ਸੀਗਾ? ਹੈਲਪਿੰਗ ਸਪੀਡ ਅਪ ਦਾ ਗਵਰਨਮੈਂਟ ਡਿਸਇਨਵੈਸਟਮੈਂਟ ਪ੍ਰੋਗਰਾਮ। ਇਟ ਵਾਜ਼ ਏਮਡ ਐਟ ਹੈਲਪਿੰਗ ਸਪੀਡ ਅਪ ਦਾ ਗਵਰਨਮੈਂਟ ਡਿਸਇਨਵੈਸਟਮੈਂਟ ਪ੍ਰੋਗਰਾਮ। ਗਵਰਨਮੈਂਟ ਬੱਚੋਂ ਡਿਸਇਨਵੈਸਟਮੈਂਟ ਕਰਦੀ ਹੈ। ਡਿਸਇਨਵੈਸਟਮੈਂਟ ਅੱਖਰ ਤਾਂ ਬਹੁਤ ਪਿਆਰਾ ਲੱਗਦਾ ਸੁਣਨ ਚ, ਜਦ ਉਹਨੂੰ ਆਪਾਂ ਅੰਗਰੇਜ਼ੀ ਦਾ ਪੜ੍ਹਦੇ ਹਾਂ ਹੁੰਦੀ ਉਹ ਮਾੜੀ ਚੀਜ਼ ਹੈ। ਵੈਸੇ ਬਹੁਤ ਸਾਰੇ ਲੋਕ ਦੀ ਜੌਬ ਵੀ ਜਾਂਦੀ ਹੈ, ਸਰਕਾਰ ਵਾਸਤੇ ਵੈਸੇ ਚੰਗੀ ਵੀ ਚੀਜ਼ ਹੁੰਦੀ ਹੈ, ਪਰ ਕਈ ਲੋਕ ਉਹਨੂੰ ਮਾੜਾ ਵੀ ਕਹਿੰਦੇ ਆ। ਚਲੋ ਆਪਾਂ ਇਸ ਮਸਲੇ 'ਚ ਨਹੀਂ ਪੈਂਦੇ ਹੈਗੇ। ਇਹ ਮਸਲਾ ਇਹ ਹੈ ਵੀ ਜਿਹੜੀਆਂ ਸਰਕਾਰ ਦੀਆਂ ਕੰਪਨੀਆਂ ਹੁੰਦੀਆਂ ਨੇ, ਸਰਕਾਰ ਉਹਨੂੰ ਕਹਿੰਦੀ ਹੈ ਜੀ ਮੈਂ ਸ਼ੇਅਰ ਵੇਚਣ ਲੱਗੀ ਹੈ, ਤਾਂ ਡਿਸਇਨਵੈਸਟਮੈਂਟ ਹੋ ਜਾਂਦੀ ਹੈ ਬੱਚੋ ਉਸ ਕੰਪਨੀ ਦੀ, ਜਿਹੜੀ ਵੀ ਸਰਕਾਰ ਦੀ ਹੈ, ਜਿਵੇਂ ਆਪਾਂ ਮਹਾਰਤਨਾ, ਮਿਨੀ ਰਤਨਾ, ਸਰਕਾਰ ਦੀਆਂ ਕੰਪਨੀਆਂ ਇਹ, ਠੀਕ ਹੈ ਨਾ। ਤਾਂ ਉਹਦੇ ਵਾਸਤੇ ਭਾਰਤ 22 ਐਕਸਚੇਂਜ ਟ੍ਰੇਡਡ ਫੰਡ ਹੈ ਨਾ, ਇਹਦਾ ਏਮ ਸੀਗਾ, ਜਾਂ ਡਿਸਇਨਵੈਸਟਮੈਂਟ ਕੀਤੀ ਸੀ ਉਹਨਾਂ ਨੇ, ਆਹ ਫਲੋਟ ਕੀਤੀ ਸੀਗੀ ETF ਨੋਟ। भारत 22 इज ए मार्केटेबल सिक्योरिटी। सिक्योरिटी वर्ड तो डरना नहीं है बच्चों, कई बार सिक्योरिटी वगैरह, सिक्योरिटी का कोई मतलब नहीं, बॉन्ड वर्गी चीज होंगी है, जिमें कोई कहने भी आ सातों कागज ले लो, ਅਸੀਂ ਤੁਹਾਨੂੰ ਇੰਨੇ ਸਾਲਾਂ ਬਾਅਦ ਇੰਨੇ ਪੈਸੇ ਦੇ ਦੇਣਗੇ, ਇੱਕ ਤਰ੍ਹਾਂ ਮਤਲਬ ਲੋਨ ਜਿਹਾ ਹੀ ਹੁੰਦਾ ਇਹ, ਇਸ ਤਰੀਕੇ ਨੂੰ ਤੁਸੀਂ ਇਹਨੂੰ ਮੰਨ ਸਕਦੇ ਹੋ। ਦਿਸ ਵਾਜ਼ ਇਨਕਰੈਕਟਲੀ ਮੈਂਸ਼ਨਡ ਇਨ ਦ ਐਗਜ਼ਾਮੀਨੇਸ਼ਨ ਐਜ਼ ਅਨਮਾਰਕੇਟੇਬਲ ਸਿਕਿਉਰਿਟੀ। ਬੱਚੋ ਪੇਪਰ 'ਚ ਉਹਨਾਂ ਨੇ ਕਿਹਾ ਸੀਗਾ ਵੀ ਅਨਮਾਰਕੇਟੇਬਲ ਹੈ, ਇਹ ਸਿਕਿਉਰਿਟੀ ਵਾਲਾ ਕਾਗਜ਼ ਅੱਗੇ ਤੋਂ ਅੱਗੇ ਜਾ ਕੇ ਆਪਾਂ ਸ਼ੇਅਰ ਮਾਰਕੀਟ ਵਿੱਚ ਵੇਚ ਨਹੀਂ ਸਕਦੇ, ਇਹ ਸਿਕਿਉਰਿਟੀ ਵਾਲੇ ਕਾਗਜ਼ ਨੂੰ ਵੀ ਸ਼ੇਅਰ ਮਾਰਕੀਟ 'ਚ ਸ਼ੇਅਰਾਂ ਮੰਗਣ ਵੇਚਿਆ ਜਾ ਸਕਦਾ ਹੈ। ਤਾਂ ETF ਭਾਰਤ 22 ਹੈ, ਇਹ ਮਾਰਕੀਟੇਬਲ ਸਿਕਿਉਰਿਟੀ ਹੈ ਬੱਚੋ, ਇਹ ਤੁਸੀਂ ਯਾਦ ਰੱਖਣਾ। 87ਵਾਂ ਸਵਾਲ, 87ਵਾਂ ਇਜ਼ ਪ੍ਰਾਈਮ ਮਿਨਿਸਟਰਸ ਇਕਨੋਮਿਕ ਐਡਵਾਈਸ ਕਾਉਂਸਲ ਇਜ਼ ਸਟੈਚੂਟਰੀ ਬੋਡੀ। ਇਹ 87ਵਾਂ ਸਵਾਲ ਹੈ ਜੀ। ਜਿਹੜੀ ਪ੍ਰਾਈਮ ਮਿਨਿਸਟਰ ਦੀ ਨਾ ਇੱਕ ਹੁੰਦੀ ਹੈ ਇਕਨੋਮਿਕ ਐਡਵਾਈਸ ਕਾਉਂਸਲ, ਇਹ ਸਟੈਚੂਟਰੀ ਹੈ। ਸਟੈਚੂਟਰੀ ਮਤਲਬ ਕੀ ਨਿਯਮ ਹੈ, ਕੋਈ ਲਾਅ ਆਇਆ ਸੀਗਾ ਕਿਸੇ ਹਾਊਸ ਵਿੱਚ ਪਾਸ-ਪੂਸ ਕਰਾ ਕੇ ਇਹਨੂੰ ਬਣਾਇਆ ਗਿਆ ਹੈ? ਨਹੀਂ ਜੀ ਨਹੀਂ, ਇਹ ਇੱਕ ਕੋਈ ਵੀ ਸਟੈਚੂਟਰੀ ਬੋਡੀ ਨਹੀਂ ਹੈ, ਇਹ ਗੱਲ ਯਾਦ ਰੱਖਣੀ ਹੈ ਬਾਈ। ਇਦਾਂ ਦੇ ਜਿਹੜੇ ਛੋਟੀਆਂ-ਛੋਟੀਆਂ ਆਰਗੇਨਾਈਜੇਸ਼ਨਸ ਹੈ ਨਾ, ਜਿਵੇਂ ਮੈਂ ਤੁਹਾਨੂੰ ਇੱਕ ਉੱਪਰ ਦੱਸੀ ਹੈ ਵੀ MSP ਵਾਲੀ ਕਿਹੜੀ ਆਰਗੇਨਾਈਜੇਸ਼ਨ ਹੈ, ਜਾਂ ਸਟੇਟ ਦੀ ਇੱਕ ESO ਹੁੰਦੀ ਹੈ, ਜਿਹੜੇ ਆਪਣੇ ਭਗਵੰਤ ਮਾਨ ਸਾਹਿਬ ਨੂੰ ਦੱਸਣਗੇ ਜਾ ਕੇ ਵੀ ਸਾਡੇ ਦੇ ਕੀ ਸਟੇਟ ਵਿੱਚ ਪ੍ਰੋਬਲਮ ਹੈ, ਤੁਸੀਂ ਸਾਡੀਆਂ ਗੱਲਾਂ, ਇਹ ਆਰਗੇਨਾਈਜੇਸ਼ਨਾਂ ਤੋਂ ਬੱਚੋ ਬੜੇ ਕੁਐਸਚਨ ਆਉਂਦੇ ਆ, ਠੀਕ ਹੈ। ਤੇ ਇਕਨੋਮਿਕ ਆਰਗੇਨਾਈਜੇਸ਼ਨ ਜਾਂ ਐਗਰੀਕਲਚਰ ਵਾਲੀ ਆਰਗੇਨਾਈਜੇਸ਼ਨ ਤਾਂ ਬਸ ਤੁਸੀਂ ਪਿੱਛੇ ਪੈ ਜਾਓ ਇਹਨਾਂ ਦੀ ਨਾ, ਇਹਨਾਂ ਨੂੰ ਜਮਾ ਹੀ ਖਤਮ ਕਰ ਦਿਓ, ਖਾ ਜਾਓ ਇਹਨਾਂ ਦੀ ਜਿਹੜੀ ਇਨਫੋਰਮੇਸ਼ਨ ਹੈ। ਜਿਹੜੀ ਇਕਨੋਮਿਕ ਐਡਵਾਈਸ ਕਾਉਂਸਲ ਹੈ, ਇਹ ਕੀ ਇਹ ਸਟੈਚੂਟਰੀ ਬੋਡੀ ਹੈ? ਨਹੀਂ ਜੀ, ਸਟੈਚੂਟਰੀ ਬੋਡੀ ਨਹੀਂ ਹੈ ਇਹ। ਅਗਲੀ ਗੱਲ, 88ਵਾਂ ਸਵਾਲ, ਇਜ਼ ਪ੍ਰਾਈਮ ਮਿਨਿਸਟਰ ਇਕਨੋਮਿਕ ਐਡਵਾਈਜ਼ਰੀ ਕਾਉਂਸਲ ਇਜ਼ ए परमानेंट ਬੋਡੀ। ਕੀ ਇਹ ਪੱਕੀ ਬੋਡੀ ਹੈ ਵੀ ਜੇ ਇੱਕ ਵਾਰ ਬਣ ਜੂਗੀ ਤਾਂ ਇਹ ਬਣੀ ਹੋ ਰਹੂਗੀ, 5 ਸਾਲ ਤੋਂ ਬਾਅਦ ਇਹਨੇ ਬਣਾਉਣਾ ਹੀ ਪੈਣਾ ਹੈ? ਇਸ ਟਾਈਪ ਨਾਲ ਕੋਈ ਹੈਗੀ ਹੈ ਵੀ ਜੇ ਮੰਨ ਲਓ 5 ਸਾਲ ਕਿਸੇ ਦੀ ਟਰਮ ਹੈ, ਆਪਾਂ ਪੱਕੀਆਂ ਬੋਡੀਜ਼ ਹੁੰਦੀ ਹੈ ਕਈ ਵੀ, ਹਾਂਜੀ ਵੀ ਜਿਵੇਂ ਇਹ ਪੱਕੀ, ਜਿਵੇਂ ECI ਆਪਣੀ ਇਲੈਕਸ਼ਨ ਕਮਿਸ਼ਨ ਹੈ, ਇਹ ਬੋਡੀ ਹੈ ਬਈ, ਇਹ 5 ਸਾਲ ਇਹ ਅਲੱਗ ਹੈ, ਇਹਦੇ ਵਿੱਚ ਮੈਂਬਰ ਹੈ, ਘੁੰਮਦੇ ਰਹਿੰਦੇ ਆ, ਇੱਕ ਮੈਂਬਰ ਹਟਿਆ ਜਦੇ ਅਗਲਾ ਰੱਖਣਾ ਪੈਣਾ, ਏਦਾਂ ਹੁੰਦਾ ਹੈ। ਇਹ ਜਿਹੜੀ ਹੁੰਦੀ ਹੈ ਇਹ ਵੀ ਪਰਮਾਨੈਂਟ ਵੀ ਨਹੀਂ ਹੈਗੀ ਹੈ, ਮਤਲਬ ਹਵਾ ਵਿੱਚ ਬੋਡੀ ਹੈ ਜੀ, ਤੁਸੀਂ ਇਹ ਸਿੱਧੀ ਜੀ ਗੱਲ ਕਹਿ ਸਕਦੇ ਹੋ। ਨਾ ਤਾਂ ਇਹ ਕੋਈ ਲਾਅ ਦੇ ਤਹਿਤ ਬਣਾਈ ਗਈ ਹੈ ਤੇ ਨਾ ਇਹ ਪਰਮਾਨੈਂਟ ਬੋਡੀ ਹੈ। ਵਾਟ ਇਜ਼ ਦਾ ਫੰਕਸ਼ਨ ਆਫ ਪ੍ਰਾਈਮ ਮਿਨਿਸਟਰਸ ਇਕਨੋਮਿਕ ਐਡਵਾਈਜ਼ਰੀ ਕਾਉਂਸਲ? ਠੀਕ ਹੈ ਨਾ, ਉੱਪਰ ਮੈਂ ਇਕਨੋਮਿਕ ਐਡਵਾਈਸ ਲਿਖ ਗਿਆ ਸੀਗਾ ਬੱਚੋ, ਉਹਨੂੰ ਮੈਂ ਕਰੈਕਟ ਕਰੂੰਗਾ, ਬਿਲਕੁਲ ਮੈਂ ਨਾਲ ਬੋਲਤਾ ਐਡਵਾਈਸਰੀ, ਇਹ ਤਾਂ ਛੋਟਾ ਜਿਹਾ ਅੰਗਰੇਜ਼ੀ ਦਾ ਕਨਸੈਪਟ ਹੋ ਗਿਆ ਜੀ। ਐਡਵਾਈਸ ਦੇਣਾ ਵਰਬ ਹੁੰਦੀ ਹੈ, ਐਡਵਾਈਸਰੀ ਹੈ ਜਿਹੜੀ ਇੱਕ ਨਾਊਨ ਹੁੰਦਾ। ਐਡਵਾਈਸਰੀ ਕਾਉਂਸਲ ਐਕਚੁਅਲੀ ਪ੍ਰਾਈਮ ਮਿਨਿਸਟਰ ਦੀ ਇਕਨੋਮਿਕ ਐਡਵਾਈਜ਼ਰੀ ਕਾਉਂਸਲ, ਕੀ ਕੰਮ ਹੈ ਇਹਦਾ? ਇਟ ਐਨਾਲਾਈਜ਼ਸ, ਕੀ ਐਨਾਲਾਈਜ਼ ਕਰਦਾ ਜੀ ਇਹ? ਇਟ ਐਨਾਲਾਈਜ਼ਸ ਐਨੀ ਇਕਨੋਮਿਕ ਇਸ਼ੂ ਰੈਫਰ ਟੂ ਇਟ ਬਾਈ ਪ੍ਰਾਈਮ ਮਿਨਿਸਟਰ। ਮਤਲਬ ਜਿਹੜਾ ਪ੍ਰਾਈਮ ਮਿਨਿਸਟਰ ਸਾਹਿਬ ਆਪਣੇ ਮੋਦੀ ਸਾਹਿਬ ਕਹਿ ਦੇਣਗੇ ਵੀ ਤੁਸੀਂ ਇਹਦਾ ਐਨਾਲਿਸਿਸ ਕਰਕੇ ਦੇਖੋ ਜੀ, ਐਨਾਲਾਈਜ਼ ਕਰੋ, ਮੇਰੇ ਹਿਸਾਬ ਨਾਲ ਮੈਂ ਇੱਕ ਇੱਦਾਂ ਦਾ ਡਿਸੀਜਨ ਲੈਣ ਲੱਗਿਆ, ਇੱਦਾਂ ਦਾ ਕੋਈ ਆਪਾਂ ਬਿੱਲ ਲੈਣ ਲੱਗਿਆ ਕਿ ਇਹ ਦੇਸ਼ ਵਾਸਤੇ ਠੀਕ ਰਹੂਗਾ ਕਿ ਗਲਤ ਰਹੂਗਾ, ਉਹਨੂੰ ਇਹ ਐਡਵਾਈਸ ਦਊਗੀ। ਤੇ ਉਹਨੂੰ ਐਡਵਾਈਸ ਦਊਗੀ, ਉਹ ਮੋਦੀ ਸਾਹਿਬ ਨੂੰ ਜਾ ਕੇ ਦੱਸ ਦੇਣਗੇ ਕਿ ਸਰ ਸਾਨੂੰ ਇਹ ਲੱਗ ਰਿਹਾ ਹੈ ਵੀ ਇਹ ਫਾਇਦਾ ਘਾਟਾ ਕਿੰਨਾ ਕੁ ਬਿਜ਼ਨਸ 'ਚ ਘਾਟਾ, ਲੋਕਾਂ ਨੂੰ ਕਿੰਨਾ ਫਾਇਦਾ ਘਾਟਾ, ਦੇਸ਼ ਵਿੱਚ ਇਹਦੇ ਨਾਲ ਕੀ ਹੋ ਸਕਦਾ, ਫਿਊਚਰ ਕਿੱਧਰ ਨੂੰ ਜਾ ਸਕਦਾ, ਐਨਾਲਿਸਿਸ। 90 ਨੰਬਰ ਕੁਐਸਚਨ ਬੱਚੋ, ਫਟਾਫਟ
ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰਸ ਇਕਨੋਮਿਕ ਐਡਵਾਈਜ਼ਰੀ ਕਾਉਂਸਲ ਸਬਮਿਟਸ ਪੀਰੀਓਡਿਕ ਰਿਪੋਰਟਸ ਟੂ ਪ੍ਰਾਈਮ ਮਿਨਿਸਟਰ ਰਿਲੇਟਡ ਟੂ ਕਿਹੜੀਆਂ ਮੈਕਰੋ ਇਕਨੋਮਿਕ ਡਿਵੈਲਪਮੈਂਟਸ ਐਂਡ ਇਸ਼ੂਜ਼। ਬੱਚੋ ਇਹ ਪ੍ਰਾਈਮ ਮਿਨਿਸਟਰ ਇਕਨੋਮਿਕ ਹੈ ਜਿਹੜੇ ਮੈਕਰੋ ਇਕਨੋਮਿਕ ਡਿਵੈਲਪਮੈਂਟਸ ਦੇ ਮੈਕਰੋ ਲੈਵਲ ਤੇ ਵੱਡੇ ਲੈਵਲ ਤੇ ਬੱਚੋ ਮੈਕਰੋ ਇੱਕ ਮਾਈਕਰੋ ਇੱਕ ਇਕਨੋਮਿਕਸ ਹੁੰਦੀ ਇੱਕ ਮੈਕਰੋ ਇਕਨੋਮਿਕਸ ਹੁੰਦੀ ਹੈ। ਮੈਕਰੋ ਲੈਵਲ ਤੇ ਹੁੰਦਾ ਹੈ ਸਾਰੇ ਸਟੇਟ ਨੂੰ ਸਾਰੇ ਦੇਸ਼ ਨੂੰ ਜਾਂ ਬੜੀਆਂ ਆਰਗੇਨਾਈਜੇਸ਼ਨ ਨੂੰ ਕਲੈਕਟਿਵ ਰੂਪ ਨਾਲ ਦੇਖਣਾ ਸਾਰੇ ਦੇਸ਼ ਤੇ ਕੀ ਸਟੈਟਿਸਟਿਕਲੀ ਰੂਪ ਨਾਲ ਦੇਖਣਾ ਆਪਾਂ ਇੰਡੀਵਿਜੂਅਲ ਲੈਵਲ ਦੀ ਆਰਗੇਨਾਈਜੇਸ਼ਨ ਨਹੀਂ ਗੱਲ ਕਰਨੀ ਹੈਗੀ ਇੱਥੇ ਇਹਨੂੰ ਆਪਾਂ ਮੈਕਰੋ ਇਕਨੋਮਿਕ ਡਿਵੈਲਪਮੈਂਟਸ ਐਂਡ ਇਸ਼ੂਜ਼ ਨੂੰ ਦੱਸਦੀ ਹੈ। 91ਵਾਂ ਕੁਐਸਚਨ ਜੀ 91ਵਾਂ ਇਨੋਵੇਟ ਇਨ ਇੰਡੀਆ I3 ਪ੍ਰੋਗਰਾਮ ਇਜ਼ ਰਿਲੇਟਡ ਟੂ ਨੈਸ਼ਨਲ ਬਾਇਓ ਫਾਰਮਾ ਮਿਸ਼ਨ। ਇਹ ਕੁਐਸਚਨ ਆਏ ਹੋਏ ਆ ਜਿਹੜੇ ਇਦਾਂ ਦੇ ਸਕੀਮਾਂ ਦੇ ਸਵਾਲ ਹੁੰਦੇ ਆ ਉਸ ਟਾਈਮ ਤੁਸੀਂ ਉਸ ਟਾਈਮ ਦੀ ਜਿਹੜੀਆਂ ਸਕੀਮਾਂ ਇਸ ਟਾਈਮ ਦੀ ਵੀ ਆ ਕਿਉਂਕਿ ਕਰੰਟ ਦੇ ਕੁਐਸਚਨ ਤੁਸੀਂ ਕਹਿ ਸਕਦੇ ਹੋ ਕਰੰਟ ਦੀਆਂ ਸਕੀਮਾਂ ਬੱਚੋ ਕੀ ਬਾਤ ਹੈ ਆਪਾਂ ਨੂੰ ਪਤਾ ਲੱਗੀ ਗੱਲ ਕਰੰਟ ਦੀਆਂ ਸਕੀਮਾਂ ਜਮਾ ਨਹੀਂ ਛੱਡ ਸਕਦੇ ਆਪਾਂ ਜਿਨ੍ਹਾਂ ਦਾ ਨਾ ਕੋਈ ਸ਼ਾਰਟ ਫਾਰਮ ਜੋ ਹੋਵੇ ਨਾ ਤੁਸੀਂ ਇਹ ਸਮਝ ਲਓ ਵੀ ਬਈ ਕੋਈ ਖਾਸ ਗੱਲ ਹੈ ਇਹਦੇ ਵਿੱਚ। ਇਨੋਵੇਟ ਇਨ ਇੰਡੀਆ ਦੇਖੋ I3 ਬਣ ਗਿਆ ਨਾ ਇਦਾਂ ਹੀ ਤੁਸੀਂ ਕਰੰਟ ਵਾਲੀਆਂ ਸਕੀਮਾਂ ਜਿਨ੍ਹਾਂ ਦੇ ਕੋਈ ਸ਼ਾਰਟ ਫਾਰਮ ਹੋਣ ਉਹ ਤੁਸੀਂ ਦੇਖਣੇ ਨੈਸ਼ਨਲ ਬਾਇਓ ਫਾਰਮਾ ਮਿਸ਼ਨ। 92ਵਾਂ ਬੱਚੋ 92ਵਾਂ ਕੁਐਸਚਨ ਇਜ਼ RBI ਗਵਰਨਰ ਪਾਰਟ ਆਫ ਦਾ ਸਰਚ ਇਜ਼ RBI ਗਵਰਨਰ ਪਾਰਟ ਆਫ ਦਾ ਸਰਚ ਕਮ ਸਿਲੈਕਸ਼ਨ ਕਮੇਟੀ ਫॉर ਮੈਂਬਰ ਆਫ ਮੋਨਿਟਰੀ ਪਾਲਿਸੀ ਕਮੇਟੀ। ਕੀ ਜਿਹੜੇ RBI ਦੇ ਗਵਰਨਰ ਹੁੰਦੇ ਹਨ ਪਾਰਟ ਹੁੰਦੇ ਹੈ ਪਾਰਟ ਆਫ ਦਾ ਸਰਚ ਕਮ ਸਿਲੈਕਸ਼ਨ COM ਵਾਲਾ ਨਹੀਂ ਕਮ CUM ਵਾਲਾ ਆਊਗਾ ਜੀ। 92ਵਾਂ ਕੁਐਸਚਨ ਹੈ CUM ਵਾਲਾ ਕਮ ਮਤਲਬ ਇੱਕ ਤਾਂ ਲੱਭਣਾ ਤੇ ਸਿਲੈਕਟ ਕਰਨਾ ਕਿਹਦੇ ਵਾਸਤੇ ਮੋਨਿਟਰੀ ਪਾਲਿਸੀ ਕਮੇਟੀ ਇੱਕ ਹੁੰਦੀ ਹੈ ਕੀ ਗਵਰਨਰ ਸਾਹਿਬ ਉਹਦੇ ਮੈਂਬਰ ਹੁੰਦੇ ਆ ਜਿਹੜੇ ਮੋਨਿਟਰੀ ਪਾਲਿਸੀ ਕਮੇਟੀ ਦੇ ਮੈਂਬਰ ਜਦ ਲੱਭਣੇ ਹੈ ਪਹਿਲਾਂ ਫਿਰ ਉਹਨਾਂ ਨੂੰ ਸਿਲੈਕਟ ਕਰਨਾ ਹੈ ਕਿ ਉਹਦੇ ਵਿੱਚ ਗਵਰਨਰ ਸਾਹਿਬ ਵੀ ਹੁੰਦੇ ਆ ਉਹਨਾਂ ਨੂੰ ਲੱਭਣ ਵਿੱਚ ਤੇ ਸਿਲੈਕਟ ਕਰਨ ਵਿੱਚ ਹਾਂਜੀ ਆਪਣੇ ਗਵਰਨਰ ਸਾਹਿਬ ਹੁੰਦੇ ਹਨ ਇਹ ਜ਼ਰੂਰੀ ਗੱਲ ਹੈ MPC ਵਿੱਚ ਗਵਰਨਰ ਸਾਹਿਬ ਹੁੰਦੇ ਹਨ MPC ਦੇ ਮੈਂਬਰਾਂ ਵਾਸਤੇ। ਹੂ ਲੀਡਸ MPC ਗਵਰਨਰ ਸਾਹਿਬ ਇਹ ਲੀਡ ਕਰਦੇ ਆ ਗਵਰਨਰ ਸਾਹਿਬ ਕਹਿੰਦੇ ਵੀ ਮੇਰੇ ਅੰਡਰ ਇੱਕ ਮੈਂ MPC ਬਣਾਣੀ ਹੈ ਮੈਂ ਵਿੱਚ ਬੰਦੇ ਲੱਭ ਕੇ ਲਾਉਂਗਾ ਜਿਹੜੇ ਹੋਰ ਆਪਣੀ ਮੋਨਿਟਰੀ ਪਾਲਿਸੀ ਨੂੰ ਡੀਲ ਕਰਨਗੇ ਠੀਕ ਹੈ ਜੀ। ਹੂ ਹੈਡਸ MPC ਆਪਣੇ ਗਵਰਨਰ ਸਾਹਿਬ ਇਹਨੂੰ ਹੈਡ ਕਰਦੇ ਆ। 94ਵਾਂ ਬੱਚੋ 94th ਕੁਐਸਚਨ ਡੂ RBI ਗਵਰਨਰ ਹੈਜ਼ ਕਾਸਟਿੰਗ ਵੋਟ ਇਨ MPC ਦਾ ਬੱਚਾ VOTING ਪੈਂਦੀ ਹੈ ਕਿਸੇ ਮਸਲੇ ਤੇ ਯੈਸ ਨੋ ਹੁੰਦੀ ਹੈ ਜਿੱਧਰ ਜ਼ਿਆਦਾ ਬੰਦੇ ਹੁੰਦੇ ਆ ਉਹਦੀ ਯੈਸ ਨੂੰ ਯੈਸ ਮੰਨਿਆ ਜਾਂਦਾ ਜਿੱਧਰ ਨੈਗੇਟਿਵ ਹੈ ਤਾਂ ਨੋ ਮੰਨਿਆ ਜਾਂਦਾ ਹੈ। MPC ਇੱਕ ਆਰਗੇਨਾਈਜੇਸ਼ਨ ਹੈ ਮੋਨਿਟਰੀ ਪਾਲਿਸੀ ਦੇ ਉੱਤੇ ਡਿਸੀਜਨ ਲੈਂਦੇ ਆ ਡਿਸੀਜਨ ਇੱਕ ਬੰਦਾ ਨਹੀਂ ਲੈ ਸਕਦਾ ਪੂਰੀ ਇਹ ਜਿਹੜੀ ਕਮੇਟੀ ਲੈਂਦੀ ਹੈ ਕਮੇਟੀ ਦੇ ਡਿਸੀਜਨ ਵੀ ਜਿੱਧਰਲੇ ਪਾਸੇ ਜ਼ਿਆਦਾ ਬੰਦੇ ਹੁੰਦੇ ਆ ਉਹ ਡਿਸੀਜਨ ਨੂੰ ਯੈਸ ਕਿਹਾ ਜਾਂਦਾ ਥੰਬਸ ਅਪ ਕਿਹਾ ਜਾਂਦਾ ਜਿੱਧਰਲੇ ਬੰਦੇ ਘੱਟ ਹੁੰਦੇ ਆ ਨਹੀਂ ਕਿਹਾ ਜਾਂਦਾ। ਕੀ ਗਵਰਨਰ ਸਾਹਿਬ ਇਹਦੇ ਚ ਵੋਟ ਪਾਉਂਦੇ ਆ ਗਵਰਨਰ ਸਾਹਿਬ ਇਹਦੇ ਹੈੱਡ ਹੁੰਦੇ ਆ ਉਹ ਵੋਟ ਵੀ ਪਾਉਂਦੇ ਆ ਉਹ ਇਕੱਲੇ ਹੀ ਨਹੀਂ ਇਹਦੇ ਡਿਸੀਜਨ ਲੈ ਸਕਦੇ ਇਕੱਠੇ ਹੋ ਕੇ ਡਿਸੀਜਨ ਲਿੱਤਾ ਜਾਂਦਾ ਹੈ ਤੇ ਗਵਰਨਰ ਸਾਹਿਬ ਦੇ ਵਿੱਚ ਵੋਟ ਹੁੰਦੀ ਹੈ। 95ਵਾਂ ਸਵਾਲ ਬੱਚੋ 95ਵਾਂ ਹੂ ਲੌਂਚਡ ਸੋਲਰ ਬਰੀਫ ਕੇਸ ਕਿਆ ਬਾਤ ਹੈ ਜੀ ਬੜਾ ਜ਼ਬਰਦਸਤ ਸਵਾਲ ਸੋਲਰ ਬਰੀਫ ਕੇਸ ਇਟ ਵਾਜ਼ ਲੌਂਚਡ ਬਾय ਉੱਤਰਾਖੰਡ ਗਵਰਨਰ। ਇਹ ਸੋਲਰ ਬਰੀਫ ਕੇਸ ਆ ਉੱਤਰਾਖੰਡ ਗਵਰਨਮੈਂਟ ਐਂਡ ਚੈਰੀਟੇਬਲ ਫੰਡਿੰਗ ਏਜੰਸੀ ਹੈ ਇਹਦਾ ਨਾਮ ਕੀ ਹੈ ਸਵੈਨ ਕਲਚਰਲ ਸੈਂਟਰ ਐਂਡ ਫਾਊਂਡੇਸ਼ਨ ਹੈ ਇਹਨਾਂ ਨੇ ਇਹ ਸੋਲਰ ਬਰੀਫ ਕੇਸ ਨਾਮਕ ਇੱਕ ਸਕੀਮ ਲਾ ਲਓ ਜਾਂ ਇੱਕ ਪ੍ਰੋਡਕਟ ਲੈ ਕੇ ਆਈ ਸੀਗੇ ਉੱਤਰਾਖੰਡ ਵਿੱਚ ਹੈ ਬੱਚੋ ਇਹ ਐਂਡ ਚੈਰੀਟੇਬਲ ਫੰਡਿੰਗ ਏਜੰਸੀ ਹੈ ਸਵੈਨ ਕਲਚਰਲ ਸੈਂਟਰ ਚੈਰੀਟੇਬਲ ਹੈ ਭੁੱਲਣਾ ਨਹੀਂ ਹੈਗਾ ਕਿਸੇ ਵੀ ਕੀਮਤ ਤੇ। what is the aim of solar briefcase what is the aim of solar briefcase ਹੈ ਕਿਆ ਚੀਜ਼ ਹੈ ਬੱਚੋ ਇਹਦਾ ਏਮ ਕੀ ਹੈ ਬਰੀਫਕੇਸ ਤਾਂ ਐਂ ਲੱਗਦਾ ਜਿਵੇਂ ਟੈਚੀ ਹੁੰਦਾ ਹੈ ਟੂ ਪ੍ਰੋਵਾਈਡ ਦਾ ਇਲੈਕਟ੍ਰਿਸਿਟੀ ਇਨ ਫਾਰ ਫਲੰਗ ਏਰੀਆਜ਼ ਨੇ ਬਿਲਕੁਲ ਸਹੀ ਹੈ ਜਿਹੜੇ ਫਾਰ ਫਲੰਗ ਦੂਰ ਦਰਾਜ਼ ਦੇ ਜਿਹੜੇ ਏਰੀਆਜ਼ ਹਨ ਬੱਚੋ ਉਹਨਾਂ ਨੂੰ ਇਲੈਕਟ੍ਰਿਸਿਟੀ ਦੇਣਾ ਆਏ ਆਪਾਂ ਝੋਲਾ ਜਿਹਾ ਖੋਲ ਕੇ ਜਾਂ ਫਿਰ ਟੈਚੀ ਰੱਖ ਦਾਂਗੇ ਉਹਦੇ ਉੱਪਰ ਲਾਈਟ ਪਈ ਜਾਊਗੀ ਉਹ ਲਾਈਟ ਅਬਜ਼ੌਰਬ ਕਰੂਗਾ ਉਹ ਹੁਣ ਆਪਾਂ ਇੰਨੀਆਂ ਤਾਰਾਂ ਤਾਂ ਵਿਛਾ ਨਹੀਂ ਸਕਦੇ ਇੰਨੇ ਜਿਹੜੇ ਵੱਡੇ ਪੈਨਲ ਹੁੰਦੇ ਆ ਸੋਲਰ ਦੇ ਚੱਕ ਕੇ ਤਾਂ ਲਿਜਾ ਨਹੀਂ ਸਕਦੇ ਹੈਗੇ ਇੰਨੇ ਪਹਾੜਾਂ ਵਿੱਚ ਬੁਰੀ ਹਾਲਤ ਹੋ ਜੂਗੀ ਢੂਈਆਂ ਟੁੱਟ ਜਾਣਗੀਆਂ ਆਪਣੀਆਂ ਉਸ ਚੱਕਰ ਵਿੱਚ ਉਹਨਾਂ ਨੇ ਛੋਟੇ ਬਰੀਫ ਕੇਸ ਬਣਾਤੇ ਆ ਬਈ ਜਿਹਨੇ ਇੱਕ ਅੱਧਾ ਬਲਬ ਜਲਾਣਾ ਆਪਣਾ ਬਰੀਫ ਕੇਸ ਚੱਕ ਲੈ ਜਾਓ ਉੱਪਰ ਧੁੱਪ ਵਾਲੇ ਦਾ ਮੂੰਹ ਕਰ ਦੋ ਤੇ ਬਿਜਲੀ ਦਾ ਆਨੰਦ ਲਓ। ਤੇ ਵਾਟ ਇਜ਼ ਦਾ ਏਮ ਆਫ ਏ ਸੋਲਰ ਬਰੀਫ ਕੇਸ ਹੈ ਇਜ਼ ਏ ਫਾਰ ਫਲੰਗ ਏਰੀਆਜ਼ ਇਨ ਹਿੱਲੀ ਏਰੀਆਜ਼ ਤੇ ਹੈ। ਉਸ ਤੋਂ ਬਾਅਦ ਬੱਚੋ 97ਵਾਂ ਸਵਾਲ ਆਖਰੀ ਦੇ 3 ਸਵਾਲ ਰਹਿ ਗਏ ਆਪਣੇ ਸਟੈਗਫਲੇਸ਼ਨ ਇਜ਼ ਸਿਚੁਏਸ਼ਨ ਆਫ ਹਾਈ ਇਨਫਲੇਸ਼ਨ ਕੰਬਾਈਨਡ ਵਿਦ ਏ ਹਾਈ ਅਨਇੰਪਲੋਇਮੈਂਟ ਕਿਆ ਬਾਤ ਹੈ ਬਹੁਤ ਹੀ ਜ਼ਿਆਦਾ ਇਨਫਲੇਸ਼ਨ ਬੁਰੀ ਹਾਲਤ ਹਰੇਕ ਚੀਜ਼ ਦੀ ਮਹਿੰਗਾਈ ਹਾਈ ਅਨਇੰਪਲੋਇਮੈਂਟ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਲੋਕਾਂ ਕੋਲ ਨੌਕਰੀਆਂ ਨਹੀਂ ਹੈਗੀਆਂ ਚੀਜ਼ਾਂ ਮਹਿੰਗੀਆਂ ਹੀ ਬਹੁਤ ਹੈ ਜਦ ਚੀਜ਼ਾਂ ਮਹਿੰਗੀਆਂ ਬਹੁਤ ਹੈ ਤਾਂ ਫਿਰ ਲੋਕਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਜਦ ਚੀਜ਼ਾਂ ਮਹਿੰਗੀਆਂ ਤਾਂ ਲੋਕ ਖਰੀਦਣਗੇ ਨਹੀਂ ਚੀਜ਼ਾਂ ਜਦ ਲੋਕ ਚੀਜ਼ਾਂ ਖਰੀਦਣਗੇ ਨਹੀਂ ਤਾਂ ਫਿਰ ਜਿਹੜੇ ਬਿਜ਼ਨਸ ਵਾਲੇ ਕਹਿਣਗੇ ਭਾਈ ਸਾਡਾ ਤਾਂ ਸਮਾਨ ਹੀ ਨਹੀਂ ਵਿਕਦਾ ਹੈਗਾ ਜਦ ਸਾਡਾ ਸਮਾਨ ਨਹੀਂ ਵਿਕਦਾ ਹੈਗਾ ਅਸੀਂ ਇੰਪਲੋਏ ਕਿਉਂ ਰੱਖਿਆ ਇੰਪਲੋਏ ਕੱਢ ਕੇ ਬਾਹਰ ਸੁੱਟ ਦਿੰਦੇ ਆ ਉਹ ਅਜੀਬ ਜੀ ਇੱਕ ਸਿਚੁਏਸ਼ਨ ਬਣ ਜਾਂਦੀ ਹੈ ਬੱਚੋ ਜਿਹੜੀ ਇਦਾਂ ਦੀ ਸਿਚੁਏਸ਼ਨ ਬਣਦੀ ਹੈ ਇਹਨੂੰ ਆਪਾਂ ਕਹਿੰਦੇ ਹੈ
ਸਟੈਗਫਲੇਸ਼ਨ, ਅਜੀਬ ਜੀ ਸਿਚੁਏਸ਼ਨ ਹੈ, ਮਹਿੰਗਾਈ ਬਹੁਤ ਜ਼ਿਆਦਾ, ਬਿਜ਼ਨਸ ਵਾਲੇ ਬੰਦੇ ਕੱਢ ਕੇ ਬਾਹਰ ਮਾਰੇ, ਅਸੀਂ ਨਹੀਂ ਰੱਖ ਸਕਦੇ ਬਈ, ਅਸੀਂ ਘਾਟੇ 'ਚ ਜਾ ਰਹੇ ਹਾਂ, ਜੇ ਘਾਟੇ 'ਚ ਉਹ ਤਾਂ ਚਲੇ ਗਏ ਮਹਿੰਗਾਈ ਕਰਕੇ, ਤੇ ਉੱਪਰੋਂ ਲੋਕਾਂ ਕੋਲ ਨੌਕਰੀ ਵੀ ਨਹੀਂ ਹੈ, ਬੜੀ ਟਾਈਟ ਸਿਚੁਏਸ਼ਨ ਹੁੰਦੀ ਹੈ। 98 ਨੰਬਰ ਕੁਐਸਚਨ ਬੱਚੋ, 98। ਵਾਟ ਵਾਸ ਦਾ ਫੋਕਸ ਆਫ ਜ਼ੀਰੋ ਹੰਗਰ ਪ੍ਰੋਗਰਾਮ? ਇਹਦਾ ਕੀ ਫੋਕਸ ਸੀਗਾ? ਕੋਈ ਇਹ ਇੱਕ ਪ੍ਰੋਗਰਾਮ ਸੀਗਾ, ਇਹਦਾ ਕੀ ਮਤਲਬ ਕੀ ਕਾਤੇ ਬਣਾਇਆ ਗਿਆ ਸੀਗਾ? ਇਹਦਾ ਫੋਕਸ ਸੀਗਾ ਬੱਚੋ ਐਗਰੀਕਲਚਰ, ਨਿਊਟ੍ਰੀਸ਼ਨ ਐਂਡ ਹੈਲਥ। ਇਹ ਤਿੰਨ ਮਸਲੇ, ਦੇਖੋ ਏਮ ਬਣ ਗਿਆ ਇੱਕ ਤਰ੍ਹਾਂ, ਇਹ ਦੇਖੋ ਇਹ ਪੂਰਾ ਨਹੀਂ, ਇਹ ਆਪਣੇ ਆਪ ਚ ਪੂਰਾ ਜ਼ੀਰੋ ਹੰਗਰ ਪ੍ਰੋਗਰਾਮ ਹੋਊਗਾ। ਇਸ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੇ ਵਿੱਚ ਛੋਟੇ ਛੋਟੇ ਕਲੌਜ਼ਸ ਹੋਣਗੇ ਵੀ ਇਹ ਕਿਸ ਤਰੀਕੇ ਨਾਲ ਸਕੀਮ ਨੂੰ ਲਾਣਾ ਹੈ, ਪਰ ਮਸਲਾ ਕੀ ਹੈ? ਜ਼ੀਰੋ ਹੰਗਰ, ਜ਼ੀਰੋ ਹੰਗਰ ਕਰਨਾ। ਐਗਰੀਕਲਚਰ ਕਰਾਂਗੇ, ਬੱਚਿਆਂ ਨੂੰ ਨਿਊਟ੍ਰੀਸ਼ਨ ਜਾਂ ਸਾਰਿਆਂ ਨੂੰ ਬੱਚਿਆਂ ਨੂੰ, ਮੈਂ ਮੇਰੇ ਵੱਲੋਂ ਨਹੀਂ ਇਹ ਗੱਲ ਮੰਨਣੀ ਹੈਗੀ, ਐਦਾਂ ਹੀ ਆਪਸ਼ਨ ਜੋ ਬਣਿਆ ਸੀ ਮੈਂ ਉਹ ਦੱਸਦਾ ਤੁਹਾਨੂੰ, ਆਪਸ਼ਨ ਵਿੱਚ ਇਦਾਂ ਹੀ ਸੀਗਾ, ਐਗਰੀਕਲਚਰ, ਨਿਊਟ੍ਰੀਸ਼ਨ ਐਂਡ ਹੈਲਥ। 99ਵਾਂ ਸਵਾਲ ਬੱਚੋ, 99ਵਾਂ ਕੁਐਸਚਨ ਆ ਗਿਆ, ਜ਼ੀਰੋ ਹੰਗਰ ਪ੍ਰੋਗਰਾਮ ਇਜ਼ ਡੈਡੀਕੇਟਡ ਫਾਰਮ ਬੇਸਡ ਪ੍ਰੋਗਰਾਮ ਇਨ ਸਿੰਕਰੋਨਾਈਜੇਸ਼ਨ ਵਿਦ ਸਸਟੇਨੇਬਲ ਡਿਵੈਲਪਮੈਂਟ ਗੋਲਸ। SDG ਹੁੰਦੇ ਇੱਕ ਸਸਟੇਨੇਬਲ ਡਿਵੈਲਪਮੈਂਟ ਗੋਲਸ ਹੈ। ਦਿਸ ਪ੍ਰੋਗਰਾਮ ਏਮਸ ਟੂ ਐਂਡ ਹੰਗਰ ਬਾਈ ਵਿਚ ਈਅਰ? ਕਿਹੜੇ ਸਾਲ ਤੱਕ ਜਿਹੜੀ ਭੁੱਖਮਰੀ ਹੈ ਉਹਨੂੰ ਖਤਮ ਕਰਨ ਦੀ ਇਹਨੇ ਸਹੁੰ ਖਾਧੀ ਹੈ ਵੀ ਇਸ ਪ੍ਰੋਗਰਾਮ ਨੇ ਕਿ ਮੈਂ ਇਸ ਪ੍ਰੋਗਰਾਮ ਆਪਾਂ ਤਾਂ ਹੀ ਚਲਾ ਰਹੇ ਕਿ ਆਪਾਂ ਹੰਗਰ ਖਤਮ ਕਰ ਦੇਣੀ ਹੈ ਬੱਚੋ। ਇਹ 2030 ਤੱਕ ਹੈ ਜੀ, 2030 ਤੱਕ, ਮਤਲਬ ਬਿਲਕੁਲ ਖਤਮ, ਕੋਈ ਭੁੱਖਾ ਨਹੀਂ ਰਸਾਊਗਾ, ਆਰਾਮ ਨਾਲ ਢਿੱਡ ਭਰੋ, ਖਾਣਾ ਖਾਓ, ਆਨੰਦ ਲਓ। 100 ਨੰਬਰ ਸਵਾਲ, ਆਖਰੀ ਸਵਾਲ ਬੱਚੋ, ਵਿਚ ਆਰਗੇਨਾਈਜੇਸ਼ਨ ਇਨੀਸ਼ੀਏਟਡ ਦਾ ਜ਼ੀਰੋ ਹੰਗਰ ਪ੍ਰੋਗਰਾਮ? ਇੰਡੀਅਨ ਕਾਉਂਸਲ ਆਫ ਐਜੂਕੇਸ਼ਨ ਰਿਸਰਚ, ICER ਹੈ, ICMR ਨਹੀਂ ਹੈਗਾ। ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਵੀ ਇੱਕ ਹੁੰਦੀ ਹੈ, ਕਿਉਂਕਿ ਉਹ ਕਾਫੀ ਫੇਮਸ ਹੈ ਤੇ ਮੂੰਹ ਤੇ ਚੜਿਆ ਰਹਿੰਦਾ, ਨਹੀਂ ਜੀ ICER ਹੈ, ਜ਼ੀਰੋ ਹੰਗਰ ਪ੍ਰੋਗਰਾਮ ਹੈ। ਠੀਕ ਹੈ ਜੀ, ਤੇ ਇਹ ਹੋ ਗਿਆ ਬੱਚੋ, ਪਾਰਟ 2 ਖਤਮ ਹੋ ਰਿਹਾ ਹੈ। ਇਹ ਲਾਸਟ ਪਾਰਟ ਵਿੱਚ ਪੇਪਰ ਮੈਂ ਪੂਰਾ ਖਤਮ ਕਰ ਦੇਣਾ, ਸਾਰੀ ਇਨਫੋਰਮੇਸ਼ਨ ਮੈਂ ਇਹਦੇ ਵਿੱਚ ਕਲੈਕਟ ਕਰੀ ਹੈ ਬੱਚੋ। ਇਸ ਚੈਨਲ ਦੇ ਥਰੂ ਮੈਂ ਤੁਹਾਡੇ ਤੱਕ ਇਦਾਂ ਦੇ ਕੁਐਸਚਨ ਲੈ ਕੇ ਆਉਂਦਾ, ਉਹਨਾਂ ਨੂੰ ਕੁਐਸਚਨ ਆਂਸਰ ਫਾਰਮੈਟ ਦੇ ਤੁਹਾਨੂੰ ਯਾਦ ਕਰਨ ਦੀ ਕੋਸ਼ਿਸ਼ ਕਰਵਾਉਣਾ ਹੈ। ਤੇ ਮੈਂ ਚਾਹੁੰਦਾ ਵੀ ਤੁਸੀਂ ਮੈਨੂੰ ਥੱਲੇ ਕਮੈਂਟ ਕਰਕੇ ਦੱਸੋ ਵੀ ਸਰ ਸਾਨੂੰ ਕਿੱਦਾਂ ਦਾ ਚਾਹੀਦਾ, ਕਿੱਦਾਂ ਦਾ ਮਟੀਰੀਅਲ ਬਣਾਓ, ਇਹਨੂੰ ਹੋਰ ਛੋਟਾ ਕਰੋ, ਇਹਨੂੰ ਹੋਰ ਰਿਫਾਈਨ ਕਰੋ, ਤਾਂ ਕਿ ਚੀਜ਼ਾਂ ਸਾਨੂੰ ਤਾੜ ਅਸੀਂ ਪੇਪਰ ਵਿੱਚ ਇਹਦਾ ਦੇ ਜਵਾਬ ਦਈਏ ਤੇ ਫਾਟ ਆਪਾਂ ਸਿਲੈਕਸ਼ਨ ਲਈਏ। ਠੀਕ ਹੈ, ਤੇ ਮੈਨੂੰ ਬੱਚੋ ਇੱਕ ਤੁਹਾਡੇ ਜਿਹੜਾ ਇੱਕ ਸਬਸਕ੍ਰਿਪਸ਼ਨ ਹੈ, ਲਾਈਕ ਹੈ, ਉਹਦੇ ਨਾਲ ਮੇਰਾ ਹੌਸਲਾ ਵੱਧਦਾ ਹੈ ਤੇ ਮੈਂ ਲਗਾਤਾਰ ਕੰਮ ਕਰੀ ਜਾਵਾਂ, ਮੈਂ ਦਿਨ ਰਾਤ ਬੱਚਿਆਂ ਦੀ ਸੇਵਾ ਹੀ ਕਰੀ ਜਾਵਾਂ। ਤੁਸੀਂ ਸੇਵਾ ਮੰਨੋ ਕਿ ਬਸ ਮੈਨੂੰ ਇਹ ਕਰਨ ਦਾ ਸ਼ੌਂਕ ਹੈ ਬੱਚਿਆਂ ਵਾਸਤੇ, ਜੋ ਉਹਨਾਂ ਦੀ ਰਿਕੁਆਇਰਮੈਂਟਸ ਪੂਰਾ ਕਰਨ ਦਾ ਸ਼ੌਂਕ ਹੈ। ਤੇ ਤੁਸੀਂ ਮੈਨੂੰ ਦੱਸੋ, ਤੇ ਮੇਰੇ ਚੈਨਲ ਨੂੰ ਤੁਹਾਡੇ ਵੱਲੋਂ ਇੱਕ ਪਿਆਰ ਹੈ, ਮੰਨੋ ਮੇਰੇ ਵਾਸਤੇ ਇੱਕ ਪਿਆਰ ਹੋ ਜਾਂਦਾ, ਇੱਕ ਸਬਸਕ੍ਰਿਪਸ਼ਨ ਤੇ ਇੱਕ ਲਾਈਕ ਹੈ। ਜੋ ਤੁਸੀਂ ਕਹੋਗੇ ਮੈਂ ਲਗਾਤਾਰ ਟਾਈਮ ਖਰਾਬ ਕਰੇ ਬਿਨਾ ਤੁਹਾਡੇ ਤੱਕ ਲੈ ਕੇ ਆਉਂਦਾ ਰਹਾਂਗਾ। ਪਾਰਟ 3 ਵਿੱਚ ਦਿਸ ਕੁਐਸਚਨ ਵਿਲ ਬੀ ਕੰਪਲੀਟਡ, ਪਾਰਟ 2 ਚ ਮੈਂ ਇਹਨੂੰ ਇੱਥੇ ਹੀ ਹੁਣ ਐਂਡ ਕਰ ਰਿਹਾ। ਠੀਕ ਹੈ ਜੀ, ਓਕੇ ਬੱਚੋ, ਥੈਂਕ ਯੂ, ਸਤਿ ਸ਼੍ਰੀ ਅਕਾਲ।